तो स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫੈਕਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਆਪਾਂ ਨੇ ਧੁਨੀਆਂ ਦੀ ਵਿਉਂਤ ਨੂੰ ਸਮਝਣਾ ਹੈ। ਇੱਕ ਪੂਰਾ ਇੱਕ ਸਟਰਕਚਰ ਕਿਸ ਤਰੀਕੇ ਨਾਲ ਬਣਾਇਆ ਗਿਆ ਹੈ, ਧੁਨੀਆਂ ਦੀ ਵੰਡ ਅਲੱਗ-ਅਲੱਗ ਆਧਾਰਾਂ ਦੇ ਉੱਤੇ ਕੀਤੀ ਗਈ ਹੈ। ਤਾਂ ਇਹ ਧੁਨੀਆਂ ਨੂੰ ਵੰਡਣ ਦੇ ਆਧਾਰ ਕਿਹੜੇ-ਕਿਹੜੇ ਨੇ, ਇਹਨਾਂ ਦੀਆਂ ਪੂਰੀਆਂ ਕਿਸਮਾਂ ਦਾ ਜਿਹੜਾ ਵਰਗੀਕਰਨ ਹੈ ਉਹ ਕਿਸ ਤਰੀਕੇ ਨਾਲ ਸੈੱਟ ਕੀਤਾ ਗਿਆ ਹੈ, ਇਹ ਸਾਰਾ ਇੱਕ ਸਟਰਕਚਰ ਬਣਦਾ ਹੈ। ਇਸ ਸਾਰੇ ਸਟਰਕਚਰ ਨੂੰ ਅੱਜ ਆਪਾਂ ਨੇ ਪੂਰਾ ਡਿਟੇਲ ਦੇ ਵਿੱਚ ਸਮਝਣਾ ਹੈ। देखो जी, सब तो पहला गल करते हैं धुनी विਉਂਤ की। विਉਂਤ का मतलब होया कि कोई स्कीम लगा ली, उन्होंने पूरा एक सही तरीके नाल सैट करता, ठीक है, सैटिंग्स करती उन्होंने। तो देखो धुनियां का वर्गीकरण भी किस किस बेस ते, खंडी अखंडी स्वर व्यंजन अर्ध स्वर किहड़े-किहड़े आधारां दे उत्ते वंडिया गया, यह पूरा धुनियां दे वर्गीकरण दे विच शामिल है। ठीक है, धुनियां दा वर्गीकरण धुनी विਉਂਤ ਧੁਨੀ ਬੋਧ ਦੇ ਵਿੱਚ ਆਉਂਦਾ ਹੈ। ਧੁਨੀਆਂ ਦਾ ਮਤਲਬ ਕਿ ਅਧਿਐਨ ਕਰਨਾ ਧੁਨੀ ਬੋਧ ਹੈ, ਤਾਂ ਇਹ ਆਪਾਂ ਧੁਨੀਆਂ ਦਾ ਅਧਿਐਨ ਹੀ ਕਰ ਰਹੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਧੁਨੀਆਂ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸੰਬੰਧ ਵੀ ਹੈ ਤੇ ਕੋਈ ਨਾ ਕੋਈ ਵਿਰੋਧ ਵੀ ਹੈ। ਠੀਕ ਹੈ, ਤਾਂ ਉਸ ਵਿਰੋਧ ਦੇ ਆਧਾਰ ਤੇ ਸੰਬੰਧ ਦੇ ਆਧਾਰ ਤੇ ਇਹਨਾਂ ਦੀਆਂ ਕਿਸਮਾਂ ਬਣਾ ਲਈਆਂ ਗਈਆਂ ਆਪਾਂ ਨੇ ਦੁਆਰਾ ਦੋ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਇਹਨੂੰ ਰਵਾਇਤੀ ਤਰੀਕੇ ਨਾਲ ਸਮਝਦੇ ਹਾਂ। ਧੁਨੀ ਵਿਉਂਤ ਅਤੇ ਭਾਸ਼ਾ ਦੀਆਂ ਧੁਨੀਆਂ ਵਿਚਲੇ ਆਪਸੀ ਸੰਬੰਧਾਂ ਤੇ ਵਿਰੋਧ ਦੇ ਪਰਸਪਰ ਸਹਿ ਵਿਚਰਨ ਦੇ ਆਧਾਰ ਤੇ ਪੰਜਾਬੀ ਧੁਨੀਆਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਬਿਲਕੁਲ ਉੱਪਰੋਂ ਵੰਡ ਕੀਤੀ ਹੈ ਹਲੇ, ਠੀਕ ਹੈ, ਸਿੰਪਲ ਦੋ ਹਿੱਸੇ ਦੇ ਕੀਤੇ ਨੇ ਆਪਾਂ ਨੇ, ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ। ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ, ਠੀਕ ਹੈ। ਹੁਣ ਜਿਹੜੀਆਂ ਇਹ ਖੰਡੀ ਧੁਨੀਆਂ ਨੇ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਵਰ ਨੂੰ, ਵਿਅੰਜਨ ਨੂੰ। ਅੱਗੇ ਵਿਅੰਜਨ ਦੇ ਵਿੱਚ ਹੀ ਅਰਧ ਸਵਰ ਆ ਜਾਂਦੇ ਨੇ, ਠੀਕ ਹੈ। ਅੱਗੇ ਵਿਅੰਜਨ ਦੀ ਪੂਰੀ ਵਿਆਖਿਆ ਕਰਨੀ ਹੈ, ਸਵਰ ਦੀ ਪੂਰੀ ਵਿਆਖਿਆ ਕਰਨੀ ਹੈ, ਤਾਂ ਪੂਰਾ ਇਹ ਸਿਸਟਮ ਸਾਰਾ ਖੰਡੀ ਧੁਨੀਆਂ ਦੇ ਵਿੱਚ ਹੋਏਗਾ। ਤੇ ਅਖੰਡੀ ਧੁਨੀਆਂ ਦੇ ਵਿੱਚ ਆਪਾਂ ਨਾਸਿਕਤਾ ਨੂੰ ਡਿਸਕਸ ਕਰਾਂਗੇ, ਸੁਰ ਕੀ ਹੈ, ਪਿੱਚ ਕੀ ਹੈ, ਬਲ ਕੀ ਹੁੰਦਾ ਹੈ, ਹੁਣ ਉਹ ਸਾਰੀਆਂ ਚੀਜ਼ਾਂ ਆਪਾਂ ਅਖੰਡੀ ਧੁਨੀਆਂ ਦੇ ਵਿੱਚ ਡਿਸਕਸ ਕਰਦੇ ਹਾਂ। ਤਾਂ ਇਸ ਤਰੀਕੇ ਨਾਲ ਇਹ ਮੇਨ ਦੋ ਭਾਗ ਨੇ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਹੁਣ ਖੰਡੀ ਧੁਨੀਆਂ ਕੀ ਹੁੰਦੀਆਂ ਨੇ ਉਹ ਆਪਾਂ ਨੇ ਸਮਝਣਾ ਹੈ। देखो जी, इसकी आम परिभाषा देखो, ठीक है। पहला आम गल समझते हैं ਆਪਾਂ, खंड का अर्थ ਹੁੰਦਾ हिस्सा, टुकड़ा, पार्ट। ਜਿਹੜੀਆਂ ਧੁਨੀਆਂ ਵੱਖਰੇ ਰੂਪ ਵਿੱਚ, ठीक है, ਸੁਤੰਤਰ ਰੂਪ ਵਿੱਚ ਇੱਕ ਪਾਰਟ ਵਜੋਂ ਖੰਡ, ਸਿਰਫ ਉਹਨਾਂ ਦਾ ਇੱਕ ਖੰਡ ਇੱਕ ਹਿੱਸਾ ਵੀ ਵਿਚਰ ਸਕਦਾ ਹੈ। ਇਹਦਾ ਮਤਲਬ ਉਹ ਕਿੰਨੇ ਸੁਤੰਤਰ ਨੇ। ਜੇ ਆਪਾਂ ਕਹਿ ਦਿੰਦੇ ਵੀ ਇਹ ਵਿਅਕਤੀ ਦਾ ਬਹੁਤ ਮਤਲਬ ਕਿ ਸਟਰੋਂਗ ਹੈ, ਵੀ ਇਹ ਇਕੱਲਾ ਹੀ ਸਭ ਕੁਝ ਸਾਂਭ ਲੂਗਾ, ਮਤਲਬ ਕਿ ਉਹਨਾਂ 'ਚ ਇਕੱਲੀਆਂ ਧੁਨੀਆਂ ਦੇ ਵਿੱਚ ਇੰਨੀ ਤਾਕਤ ਹੈ ਵੀ ਉਹ ਸੁਤੰਤਰ ਨੇ, ਕਿਸੇ ਦੇ ਅਧੀਨ ਨਹੀਂ ਹੈਗੀਆਂ, ਉਹ ਸੁਤੰਤਰ ਨੇ, ਉਹ ਇਕੱਲੀਆਂ ਹੀ ਵਿਚਰ ਸਕਦੀਆਂ ਨੇ, ਠੀਕ ਹੈ। ਇਕੱਲੀਆਂ ਉਹ ਆਪਣੇ ਮਤਲਬ ਵਾਕ ਦੇ ਵਿੱਚ ਕਿਤੇ ਇੱਕ ਨਾ ਕਿਤੇ ਰੋਲ ਨਿਭਾ ਸਕਦੀਆਂ ਨੇ, ਉਹਨਾਂ ਦਾ ਇੱਕ ਵੱਖਰਾ ਨਿਵੇਕਲਾ ਰੂਪ ਹੁੰਦਾ ਹੈ, ਠੀਕ ਹੈ। ਜਿਵੇਂ ਦੇਖੋ ਇਹਦੀ ਪਰਿਭਾਸ਼ਾ ਸਮਝਦੇ ਆਪਾਂ, ਖੰਡੀ ਧੁਨੀਆਂ ਕੀ ਹੁੰਦੀਆਂ ਨੇ। ਇਹਨਾਂ ਧੁਨੀਆਂ ਦਾ ਆਪਣਾ ਇੱਕ ਵੱਖਰਾ ਨਿਵੇਕਲਾ ਸਰੂਪ ਹੁੰਦਾ ਹੈ। ਇਹ ਭਾਸ਼ਾ ਵਿੱਚ ਸੁਤੰਤਰ ਤੌਰ 'ਤੇ ਵਿਚਰ ਸਕਦੀਆਂ ਹਨ। ਇਹਨਾਂ ਵਿੱਚ ਸਵਰ ਧੁਨੀਆਂ, ਵਿਅੰਜਨ ਧੁਨੀਆਂ ਤੇ ਅਰਧ ਸਵਰ ਧੁਨੀਆਂ ਸ਼ਾਮਲ ਹਨ। ਇੱਥੇ ਆਪਾਂ ਗੱਲ ਧੁਨੀਆਂ ਦੀ ਕਰ ਰਹੇ ਹਾਂ, ਠੀਕ ਹੈ। ਸਵਰ ਧੁਨੀਆਂ ਦੀ ਗੱਲ ਕਰਾਂਗੇ, ਵਿਅੰਜਨ ਧੁਨੀਆਂ ਦੀ ਗੱਲ ਕਰਾਂਗੇ, ਠੀਕ ਹੈ। ਤਾਂ ਇਹ ਸਭ ਨੇ ਜਿਹੜੀਆਂ ਉਹ ਖੰਡੀ ਦੇ ਵਿੱਚ ਸਮਾ ਜਾਣਗੀਆਂ। ਖੰਡੀ ਦੇ ਬਾਰੇ ਤੁਸੀਂ ਕੀ ਯਾਦ ਰੱਖਣਾ ਵੀ ਇਹ ਸੁਤੰਤਰ ਤੌਰ 'ਤੇ ਵਿਚਰ ਸਕਦੀਆਂ ਨੇ, ਇਹਨਾਂ ਦਾ ਇੱਕ ਵੱਖਰਾ ਨਿਵੇਕਲਾ ਸਰੂਪ ਹੁੰਦਾ ਹੈ, ਠੀਕ ਹੈ। ਇਹਦੀਆਂ ਕੁਝ ਖਾਸ ਗੱਲਾਂ ਹੋਈਆਂ। ਹੁਣ ਜਿਹੜੀਆਂ ਖੰਡੀ ਧੁਨੀਆਂ ਨੇ ਇਹਨਾਂ ਨੂੰ ਅੱਗੇ ਫਿਰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਲਿਆ। ਖੰਡੀ ਧੁਨੀਆਂ ਨੂੰ ਆਪਾਂ ਨੇ ਦੋ ਭਾਗਾਂ ਦੇ ਵਿੱਚ ਅੱਗੇ ਵੰਡ ਲਿਆ। ਕਿਹੜੀਆਂ-ਕਿਹੜੀਆਂ ਦੇਖੋ, ਪੰਜਾਬੀ ਦੀ ਖੰਡੀ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਥੇ ਖੰਡੀ ਲਿਖ ਲਿਓ, ਖੰਡੀ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਦੇਖੋ ਉਹੀ ਗੱਲ ਮੈਂ ਤੁਹਾਨੂੰ ਕਿਸੇ ਸਵਰ, ਵਿਅੰਜਨ, ਅਰਧ ਸਵਰ ਇਹ ਆਪਾਂ ਖੰਡੀ ਧੁਨੀਆਂ ਦੇ ਵਿੱਚ ਡਿਸਕਸ ਕਰਦੇ ਹਾਂ। ਦੇਖੋ ਹੁਣ ਸਵਰ ਅਲੱਗ ਤੋਂ ਡਿਸਕਸ ਕਰਾਂਗੇ ਤੇ ਜਿਹੜੇ ਅਰਧ ਸਵਰ ਨੇ ਉਹ ਵਿਅੰਜਨ ਦੇ ਵਿੱਚ ਹੀ ਇੱਕ ਵਾਰ ਮੰਨ ਲਏ, ਵਿਅੰਜਨ ਦੇ ਵਿੱਚ ਹੀ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਕਿਉਂਕਿ ਉਹ 38 41 ਚੋਂ ਆਪਾਂ 38 ਨੂੰ ਕੀ ਮੰਨਦੇ ਆ, ਮਤਲਬ ਅੱਖਰਾਂ ਨੂੰ ਵਿਅੰਜਨ ਅੱਖਰ ਮੰਨਦੇ ਆ, ਤਾਂ ਉਹਨਾਂ ਦੇ ਬੇਸ ਤੇ ਉਹ ਜਿਹੜੇ ਵਿਅੰਜਨਾਂ ਦੇ ਵਿੱਚ ਹੀ ਸਮਾ ਜਾਂਦੇ ਨੇ ਅਰਧ ਸਵਰ, ਠੀਕ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਆਪਾਂ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਨੂੰ ਹੁਣ ਅਲੱਗ-ਅਲੱਗ ਤੌਰ ਤੇ ਡਿਸਕਸ ਕਰਨਾ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਪੁੱਛਦੇ ਹਾਂ ਹੁਣ ਇਹਦੇ ਵਿੱਚੋਂ ਪਹਿਲਾ ਭਾਗ ਚੱਕ ਲਓ, ਠੀਕ ਹੈ, ਸਵਰ ਧੁਨੀਆਂ। ਤਾਂ ਪਹਿਲਾ ਭਾਗ ਆਪਾਂ ਨੇ ਚੱਕ ਲਿਆ ਸਵਰ ਧੁਨੀਆਂ। ਹੁਣ ਸਵਰ ਧੁਨੀਆਂ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਲੈ ਕੇ ਚੱਲਦੇ ਹਾਂ, ਠੀਕ ਹੈ ਜੀ। ਸਵਰ
ਸਵਰ ਧੁਨੀਆਂ ਉਹ ਧੁਨੀਆਂ ਨੇ ਜਿਹੜੀਆਂ ਧੁਨੀਆਂ ਦਾ ਉਚਾਰਨ ਕਰਨ ਵੇਲੇ ਆਪਣੀ ਜਿਹੜੀ ਸਾਹ ਦੀ ਹਵਾ ਹੈ ਨਾ ਉਹ ਬੇਰੋਕ ਬਾਹਰ ਆਉਂਦੀ ਹੈ। ਆਮ ਗੱਲ ਹੋਈ, ਠੀਕ ਹੈ, ਬੇਰੋਕ ਬਾਹਰ ਆਈ, ਕਿਤੇ ਵੀ ਉਹ ਰੁਕੀ ਨਹੀਂ, ਬੇਰੋਕ ਬਾਹਰ ਆ ਗਈ, ਠੀਕ ਹੈ। ਜਿਵੇਂ ਕਿ ਇੱਥੇ ਆਪਾਂ ਕੋਈ ਉਦਾਹਰਨ ਲਓ, ਜਿਵੇਂ ਅ, ਆ, ਈ, ਊ, ਏ, ਐ, ਓ। ਤਾਂ ਇਹ ਸਾਰੀਆਂ ਧੁਨੀਆਂ ਦਾ ਉਚਾਰਨ ਕਰਨ ਵੇਲੇ ਆਪਣੀ ਜਿਹੜੀ ਸਾਹ ਦੀ ਆਵਾਜ਼ ਹੈ, ਸਾਹ ਦੀ ਜਿਹੜੀ ਹਵਾ ਹੈ ਨਾ, ਉਹ ਬੇਰੋਕ ਬਾਹਰ ਆਈ ਹੈ, ਕਿਤੇ ਵੀ ਰੁਕੀ ਨਹੀਂ, ਬੇਰੋਕ ਬਾਹਰ ਆ ਗਈ। ਤਾਂ ਇਸ ਕਰਕੇ ਇਹਨਾਂ ਨੂੰ ਆਪਾਂ ਨੇ ਸਵਰ ਧੁਨੀਆਂ ਦਾ ਨਾਮ ਦਿੱਤਾ। ਜਿਵੇਂ ਇੱਥੇ ਹੁਣ ਇੱਕ ਧੁਨੀ ਉਚਾਰਨ ਕਰੋ ਸ ਵੇਲੇ ਆਵਾਜ਼ ਜਿਹੜੀ ਮਤਲਬ ਹਵਾ ਹੈ ਉਹ ਰੁਕੀ ਹੈ, ਠੀਕ ਹੈ। ਸ ਵੇਲੇ ਜਿਹੜੀ ਸਾਹ ਦੀ ਹਵਾ ਹੈ ਉਹ ਰੁਕੀ ਹੈ। ਸ, ਕ, ਖ, ਗ, ਕ, ਇਹ ਸਭ ਵੇਲੇ ਰੁਕਦੀ ਹੈ, ਪਰ ਇਹਨਾਂ ਵੇਲੇ ਰੁਕੀ ਨਹੀਂ, ਠੀਕ ਹੈ, ਇਹਨਾਂ ਵੇਲੇ ਰੁਕੀ ਨਹੀਂ। ਹੁਣ ਇਹਦੀ ਆਪਾਂ ਇੱਕ ਖਾਸ ਪਰਿਭਾਸ਼ਾ ਸਮਝਦੇ ਹਾਂ। ਖਾਸ ਪਰਿਭਾਸ਼ਾ ਕੀ ਹੈ? ਸਵਰ ਧੁਨੀ ਉਹ ਹੁੰਦੀ ਹੈ ਜਿਸ ਦੇ ਉਚਾਰਨ ਵੇਲੇ ਸਾਹ ਉਚਾਰਨ ਅੰਗਾਂ ਦੀ ਕਿਸੇ ਖਾਸ ਰੁਕਾਵਟ ਤੋਂ ਬਿਨਾਂ ਨਿਕਲਦਾ ਹੈ। ਸਾਹ ਹੈ ਨਾ ਜਿਹੜਾ, ਉਹ ਕਿਸੇ ਵੀ ਥਾਂ ਤੇ ਰੁਕਿਆ ਨਹੀਂ, ਬਿਨਾਂ ਰੁਕੇ ਬਾਹਰ ਨਿਕਲ ਗਿਆ, ਤਾਂ ਉਹ ਕੀ ਨੇ? ਸਵਰ ਧੁਨੀਆਂ ਨੇ, ਠੀਕ ਹੈ ਜੀ। ਜਦੋਂ ਬਿਨਾਂ ਰੁਕੇ ਬਾਹਰ ਆ ਜੇ, ਬੇਰੋਕ ਬਾਹਰ ਆ ਜੇ, ਤਾਂ ਉਹ ਕੀ ਨੇ? ਸਵਰ ਧੁਨੀਆਂ ਨੇ। ਮੈਂ ਚੀਜ਼ਾਂ ਨੂੰ ਰਿਪੀਟ ਕਰ ਰਿਹਾ ਤਾਂ ਕਿ ਚੀਜ਼ਾਂ ਤੁਹਾਡੇ ਮਾਈਂਡ ਦੇ ਵਿੱਚ ਫਿੱਟ ਹੋ ਜਾਣ। ਤਾਂ ਸਵਰ ਧੁਨੀਆਂ ਕਿੰਨੀਆਂ ਨੇ? 10। ਸਵਰ ਧੁਨੀਆਂ ਕਿੰਨੀਆਂ ਨੇ? 10। ਮੈਂ ਉਹ ਚੀਜ਼ ਨੂੰ ਵੀ ਰਿਵੀਜ਼ਨ ਵਜੋਂ ਸਮਝਦਾ। ਦੇਖੋ ਗੱਲ ਸੁਣੋ, ਸਵਰ ਅੱਖਰ ਕਿੰਨੇ ਸੀ? 3 ਸੀ। ਸਵਰ ਵਾਹਕ ਵੀ ਕਹਿ ਦਿੰਦੇ ਆਪਾਂ ਉਹਨਾਂ ਨੂੰ। ਸਵਰ ਵਾਹਕ ਪੁੱਛਿਆ ਜਾਵੇ, ਸਵਰ ਅੱਖਰ ਪੁੱਛਿਆ ਜਾਵੇ, ਤਾਂ ਤੁਸੀਂ ਕਹੋਗੇ 3 ਨੇ। ਤਾਂ ਹੁਣ ਸਵਰ ਅੱਖਰ ਕਿਹੜੇ ਕਿਹੜੇ ਸੀ? ਇੱਕ ਸੀ ਆਪਣੇ ਕੋਲ ਊੜਾ, ਇੱਕ ਸੀ ਆੜਾ ਤੇ ਇੱਕ ਸੀ ਈੜੀ। 3 ਸਵਰ ਵਾਹਕ ਸੀ ਆਪਣੇ ਕੋਲ। ਇਹ ਸਵਰ ਵਾਹਕ 3 ਨੇ। ਇਹਨਾਂ 3 ਦੀਆਂ ਆਵਾਜ਼ਾਂ ਅਲੱਗ-ਅਲੱਗ ਨੇ। ਧੁਨੀ ਦਾ ਕੀ ਅਰਥ ਹੁੰਦਾ ਹੈ? ਗੱਲ ਇੱਥੇ ਧੁਨੀਆਂ ਦੀ ਚੱਲ ਰਹੀ ਹੈ, ਗੱਲ ਧੁਨੀਆਂ ਦੀ ਚੱਲ ਰਹੀ ਹੈ। ਧੁਨੀ ਦਾ ਅਰਥ ਹੁੰਦਾ ਹੈ ਆਵਾਜ਼। ਊੜੇ ਦੀ ਆਵਾਜ਼ 3 ਤਰੀਕੇ ਨਾਲ ਪੇਸ਼ ਹੁੰਦੀ ਹੈ। ਊੜੇ ਦੀਆਂ 3 ਆਵਾਜ਼ਾਂ ਕੱਢੀਆਂ ਜਾ ਸਕਦੀਆਂ ਨੇ, ਇਸ ਕਰਕੇ ਊੜੇ ਦੀਆਂ 3 ਧੁਨੀਆਂ ਹੋ ਗਈਆਂ। ਆੜੇ ਦੀਆਂ 4 ਆਵਾਜ਼ਾਂ ਕੱਢੀਆਂ ਜਾ ਸਕਦੀਆਂ ਨੇ, ਇਸ ਕਰਕੇ ਆੜੇ ਦੀਆਂ 4 ਧੁਨੀਆਂ ਹੋ ਗਈਆਂ। ਈੜੀ ਦੀਆਂ 3 ਆਵਾਜ਼ਾਂ ਕੱਢੀਆਂ ਜਾ ਸਕਦੀਆਂ ਨੇ, ਇਸ ਕਰਕੇ ਈੜੀ ਦੀਆਂ 3 ਧੁਨੀਆਂ ਹੋ ਗਈਆਂ। 3 4 3। ਤਾਂ ਇਸ ਤਰੀਕੇ ਨਾਲ ਇਹ 10 ਸਵਰ ਧੁਨੀਆਂ ਹੋ ਗਈਆਂ, ਠੀਕ ਹੈ ਜੀ। ਤਾਂ ਧੁਨੀ ਦਾ ਅਰਥ ਆਵਾਜ਼ ਹੁੰਦਾ ਹੈ। ਅੱਖਰ ਆਪਣੇ ਕੋਲ 3 ਹੀ ਸੀ, ਸਵਰ ਵਾਹਕ ਆਪਣੇ ਕੋਲ 3 ਹੀ ਸੀ, ਪਰ ਉਹ 3 ਦੀਆਂ ਅੱਗੇ ਅਲੱਗ-ਅਲੱਗ ਆਵਾਜ਼ਾਂ ਨਿਕਲਦੀਆਂ ਨੇ, ਜਿਸ ਕਰਕੇ ਇਹਨਾਂ ਦੀ ਗਿਣਤੀ 10 ਹੋ ਗਈ। ਤੁਹਾਨੂੰ ਪੁੱਛਿਆ ਜਾਵੇ ਵੀ ਸਵਰ ਵਾਹਕ ਕਿੰਨੇ ਨੇ? ਤੁਸੀਂ ਕਹਿ ਦੋਗੇ 3। ਤੁਹਾਨੂੰ ਪੁੱਛਿਆ ਜਾਵੇ ਸਵਰ ਅੱਖਰ ਕਿੰਨੇ ਨੇ? ਤੁਸੀਂ ਕਹਿ ਦੋਗੇ 3। ਤੁਹਾਨੂੰ ਪੁੱਛਿਆ ਜਾਵੇ ਵੀ ਸਵਰ ਧੁਨੀਆਂ ਕਿੰਨੀਆਂ ਨੇ? ਤਾਂ ਤੁਸੀਂ ਕਹਿ ਦੋਗੇ 10, ਠੀਕ ਹੈ। ਇਹ ਚੀਜ਼ ਦੇ ਵਿੱਚ ਕਦੇ ਵੀ ਕਨਫਿਊਜ਼ਨ ਦੇ ਵਿੱਚ ਨਾ ਪਏ ਹੋ, ਠੀਕ ਹੈ। ਤਾਂ ਹੁਣ ਇੱਥੋਂ ਇਹ ਪੁੱਛਿਆ ਸਕਦਾ ਹੈ ਵੀ ਸਭ ਤੋਂ ਜ਼ਿਆਦਾ ਧੁਨੀਆਂ ਕਿਹੜੇ ਦੀਆਂ ਨੇ, ਸਭ ਤੋਂ ਘੱਟ ਕਿਹੜੇ ਦੇ ਨੇ? ਊੜਾ ਤੇ ਈੜੀ ਦੀਆਂ ਘੱਟ ਨੇ, 3 ਨੇ, ਠੀਕ ਹੈ। ਤੇ ਜਿਹੜਾ ਮਤਲਬ ਕਿ ਆੜਾ ਹੈ ਉਸ ਦੀਆਂ ਵੱਧ ਨੇ, 4 ਨੇ, ਠੀਕ ਹੈ। ਮਤਲਬ ਇਹਨਾਂ ਦੇ ਵਿੱਚੋਂ ਸਵਰਾਂ ਦੇ ਵਿੱਚੋਂ ਗੱਲ ਕਰ ਰਹੇ ਆਪਾਂ, ਠੀਕ ਹੈ। ਤਾਂ ਇਸ ਤਰ੍ਹਾਂ ਇਹ ਨੇ। ਹੁਣ ਗੱਲ ਸੁਣੋ, ਜਿਹੜੀਆਂ ਆਪਾਂ ਨੇ ਲਗਾਂ ਮਾਤਰਾਵਾਂ ਪੜ੍ਹਦੇ ਹੁੰਦੇ ਆ, ਠੀਕ ਹੈ, ਵੀ ਲਗਾਂ 10 ਨੇ, ਉਹ 10 ਲਗਾਂ ਹੀ ਇੱਥੇ ਧੁਨੀਆਂ ਦੇ ਵਿੱਚ ਤਬਦੀਲ ਹੋਈਆਂ ਨੇ। ਸਵਰ ਵਾਹਕ 3 ਸੀ ਨਾ, ਸਵਰ ਅੱਖਰ 3 ਸੀ। ਉਹਨਾਂ 3 ਦੇ ਨਾਲ ਆਪਾਂ ਨੇ ਕੀ ਕਰ ਲਿਆ? ਊੜੇ ਦੇ ਨਾਲ 3 ਲਗਾਂ ਵਰਤ ਲਈਆਂ, ਠੀਕ ਹੈ, ਤੇ ਆੜੇ ਦੇ ਨਾਲ 4 ਲਗਾਂ ਵਰਤ ਲਈਆਂ, ਈੜੀ ਦੇ ਨਾਲ 3 ਲਗਾਂ ਵਰਤ ਲਈਆਂ। ਤਾਂ ਇਸ ਤਰ੍ਹਾਂ ਇਹ 10 ਸਵਰ ਧੁਨੀਆਂ ਬਣ ਗਈਆਂ, ਠੀਕ ਹੈ। ਇਹ 10 ਸਵਰ ਧੁਨੀਆਂ ਦੇ ਵਿੱਚ ਸਿਸਟਮ ਦੇਖੋ, ਇਹਨਾਂ ਦੀ ਇੱਕ ਸਹੀ ਤਰਤੀਬ ਹੁੰਦੀ ਹੈ। ਜਿਹੜੀਆਂ ਲਗਾਂ ਮਾਤਰਾਵਾਂ ਨੇ ਨਾ, ਉਹਨਾਂ ਦੀ ਵੀ ਇੱਕ ਤਰਤੀਬ ਹੁੰਦੀ ਹੈ। ਜਿਵੇਂ ਵਰਣਮਾਲਾ ਦੀ ਇੱਕ ਤਰਤੀਬ ਹੈ ਵੀ ਊੜਾ, ਉਸ ਤੋਂ ਬਾਅਦ ਆੜ ਆਊਗਾ, ਫਿਰ ਈੜੀ ਆਊਗੀ, ਹਿੱਸਾ ਆਊਗਾ। ਤਾਂ ਇਸ ਤਰੀਕੇ ਨਾਲ ਜਿਵੇਂ ਵਰਣਮਾਲਾ ਦੇ ਵਿੱਚ ਅੱਖਰਾਂ ਦੀ ਤਰਤੀਬ ਹੈ, ਇਸੇ ਤਰੀਕੇ ਨਾਲ ਜਿਹੜੀਆਂ ਲਗਾਂ ਮਾਤਰਾਵਾਂ ਨੇ ਨਾ, ਧੁਨੀਆਂ ਨੇ, ਇਹਨਾਂ ਦੀ ਵੀ ਤਰਤੀਬ ਹੈ, ਠੀਕ ਹੈ। ਇਹ ਤਰਤੀਬ ਕੀ ਹੈ? ਸਭ ਤੋਂ ਪਹਿਲਾਂ ਮੁਕਤਾ, ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਹੋੜਾ, ਕਨੋੜਾ, ਠੀਕ ਹੈ ਜੀ। ਮੈਂ ਇਹਨੂੰ ਮਤਲਬ ਇੱਕ ਇੱਦਾਂ ਇੱਕ ਰਿਦਮ ਜੀ ਬਣਾ ਕੇ ਬੋਲਦਾ ਹੁੰਦਾ ਪੂਰੀ, ਹੈ ਨਾ, ਪੂਰੇ ਸਵਾਦ ਲੈ ਕੇ। ਦੇਖਿਓ, ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਹੋੜਾ, ਕਨੋੜਾ। ਲਾਂ ਮਤਲਬ ਲਾਵਾਂ ਕਹਿੰਦੇ ਜਿਵੇਂ ਆਪਾਂ,
ठीक है। तो मुक्ता कन्ना सिहारी विहारी औंकड़ लैंकड़ लां दलां होड़ा कनोड़ा। तो इस तरीके नाल ये इन्हां दी एक सही तरतीब है, इस तरतीब नूं भी ध्यान दे के रखिओ। मैं जिवें तुहानूं एक होर भी एग्जाम्पल दिन्ना, जिवें इत्थे शब्द है सर, एक सर शब्द है, एक सार शब्द है। जेकर इसनूं डिक्शनरी ਦੇ ਅਕੋਰਡਿੰਗ ਲਿਖਣਾ ਹੋਵੇ, ਸ਼ਬਦਕੋਸ਼ ਦੇ ਅਨੁਸਾਰ ਲਿਖਣਾ ਹੋਵੇ, ਤਾਂ ਸ਼ਬਦਕੋਸ਼ ਦੇ ਵਿੱਚ ਇਹਨਾਂ ਚੋਂ ਕਿਹੜਾ ਸ਼ਬਦ ਪਹਿਲਾਂ ਆਊਗਾ? ਸਭ ਤੋਂ ਪਹਿਲਾਂ ਆਪਾਂ ਪਹਿਲੇ ਅੱਖਰ ਮਿਲਾਉਂਦੇ ਆ। ਪਹਿਲੇ ਅੱਖਰ ਕੀ ਨੇ? ਦੋਨਾਂ 'ਚ ਸੱਸਾ ਸੱਸਾ ਹੀ ਹੈ, ਠੀਕ ਹੈ। ਪਰ ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਵੀ ਦੂਸਰਾ ਅੱਖਰ ਮਿਲਾ ਲਓ, ਦੂਸਰਾ ਅੱਖਰ ਆਪਣੇ ਮਿਲਾ ਲਿਆ, ਰਾਰਾ ਰਾਰਾ ਹੈ। ਪਰ ਇਹਦੇ 'ਚ ਕੀ ਫਰਕ ਹੈ? ਉੱਪਰਲੇ 'ਚ ਸੱਸਾ ਮੁਕਤ ਹੈ, ਇਹ 'ਚ ਸੱਸੇ ਨੂੰ ਕਰਨਾ ਹੈ, ਠੀਕ ਹੈ। ਤਾਂ ਤੁਹਾਨੂੰ ਕੀ ਦੱਸਿਆ ਵੀ ਮੁਕਤੇ ਵਾਲੀ ਨੂੰ ਪਹਿਲ ਦੇਣੀ ਹੈ, ਮੁਕਤੇ ਵਾਲੀ ਨੂੰ ਪਹਿਲ, ਫਿਰ ਉਸ ਤੋਂ ਬਾਅਦ ਆਪਾਂ ਨੇ ਕੰਨੇ ਵਾਲਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਮੁਕਤੇ ਨੂੰ ਪਹਿਲ, ਫਿਰ ਕੰਨਾ, ਫਿਰ ਉਸ ਤੋਂ ਬਾਅਦ ਸਿਹਾਰੀ, ਫਿਰ ਬਿਹਾਰੀ, ਔਂਕੜ ਲੈਂਕੜ ਲਾਂ ਦੁਲਾਂ ਹੋੜਾ ਘਨੋੜਾ। ਇਹਨਾਂ ਦੀ ਇੱਕ ਸਹੀ ਤਰਤੀਬ ਹੈ ਇਹ। ਫੋਰ ਐਗਜ਼ਾਮਪਲ ਇਸ ਤਰ੍ਹਾਂ ਹੁੰਦਾ, ਠੀਕ ਹੈ, ਇੱਦਾਂ ਹੁੰਦਾ। ਇੱਥੇ ਇੱਕ ਸ਼ਬਦ ਆਪਣੇ ਕੋਲ ਪਿਆ ਹੁੰਦਾ ਸਾਰ, ਇੱਕ ਸ਼ਬਦ ਪਿਆ ਹੁੰਦਾ ਸਾਰ, ਇੱਕ ਸ਼ਬਦ ਆਪਣੇ ਕੋਲ ਪਿਆ ਹੁੰਦਾ ਸੀਰ। ਤਾਂ ਹੁਣ ਦੇਖੋ ਅੱਖਰ ਦਾ ਸੇਮ ਨੇ, ਸੱਸਾ ਤੇ ਰਾਰਾ ਨੇ, ਠੀਕ ਹੈ। ਤਾਂ ਇੱਥੇ ਸੱਸੇ ਨੂੰ ਕੰਨਾ ਹੈ, ਕੰਨਾ ਪਹਿਲਾਂ ਆਊਗਾ ਤੇ ਵਿਹਾਰੀ ਬਾਅਦ 'ਚ ਹੈ, ਹੈ ਨਾ। ਪਹਿਲਾਂ ਕੰਨਾ ਆਇਆ, ਵਿਹਾਰੀ ਤਾਂ ਬਾਅਦ 'ਚ ਆਈ ਹੈ। ਤਾਂ ਇਸ ਤਰੀਕੇ ਨਾਲ ਡਿਕਸ਼ਨਰੀ ਦੇ ਅਕੋਰਡਿੰਗ ਪਹਿਲਾਂ ਸਾਰ ਲਿਖਿਆ ਜਾਊਗਾ, ਫਿਰ ਸੀਰ ਲਿਖਿਆ ਜਾਊਗਾ, ਠੀਕ ਹੈ। ਦੇਖੋ ਵਰਣਮਾਲਾ ਤਾਂ 41 ਅੱਖਰਾਂ ਦੀ ਜਾਣਕਾਰੀ ਤੁਹਾਨੂੰ ਹੈਗੀ ਹੀ ਹੈ, ਉਹਦੀ ਤਾਂ ਕੋਈ ਡਾਊਟ ਹੈ ਹੀ ਨਹੀਂ, ਹੈ ਨਾ। ਵੀ ਪਹਿਲਾਂ ਕਿਹੜਾ ਆਉਂਦਾ, ਪਹਿਲਾਂ ਊੜਾ, ਫਿਰ ਆੜਾ, ਫਿਰ ਈੜੀ, ਇੱਦਾਂ, ਹੈ ਨਾ। ਅਤੇ ਲਗਾ ਮਾਤਰਾਵਾਂ ਦੀ ਵੀ ਇੱਕ ਤਰਤੀਬ ਹੈ, ਧੁਨੀਆਂ ਦੀ ਵੀ ਇੱਕ ਤਰਤੀਬ ਹੈ। ਇਸ ਤਰਤੀਬ ਨੂੰ ਫੋਲੋ ਅਪ ਜ਼ਰੂਰ ਕਰਨਾ ਤੁਸੀਂ ਨੇ, ਠੀਕ ਹੈ। ਅਤੇ ਇਸ ਤੋਂ ਬਾਅਦ ਇਹ ਗੱਲ ਵੀ ਧਿਆਨ ਦੇ 'ਚ ਰੱਖਿਓ ਕਿ ਇਹਨਾਂ ਨੂੰ ਤੁਸੀਂ ਗਿਣਤੀ ਕਿਵੇਂ ਕਰਨੀ ਹੈ, ਉਹ ਗਿਣਤੀ ਕਰਨੀ ਵੀ ਤੁਹਾਨੂੰ ਅੱਗੇ ਸਿਖਾਵਾਂਗੇ ਆਪਾਂ, ਠੀਕ ਹੈ। ਵੀ ਸਵਰ ਧੁਨੀਆਂ ਦੀ ਗਿਣਤੀ ਕਿਵੇਂ ਕਰਨੀ ਹੁੰਦੀ ਹੈ। ਦੇਖੋ ਜੀ ਜਿਹੜੀਆਂ ਸਵਰ ਧੁਨੀਆਂ ਨੇ, ਠੀਕ ਹੈ, ਆਪਾਂ ਨੇ ਸਮਝ ਲਿਆ ਵੀ 10 ਸਵਰ ਧੁਨੀਆਂ ਨੇ, ਠੀਕ ਹੈ ਜੀ। ਇਹ ਜਿਹੜੀਆਂ 10 ਸਵਰ ਧੁਨੀਆਂ ਨੇ, ਠੀਕ ਹੈ, ਇਹਨਾਂ ਨੂੰ ਮਤਲਬ ਕਿ ਆਪਾਂ ਕੀ ਕਰਦੇ ਹਾਂ, ਵੱਖ ਤਰੀਕਿਆਂ ਨਾਲ ਵਿਭਾਜਿਤ ਕਰਦੇ ਹਾਂ, ਵੱਖ ਤਰੀਕਿਆਂ ਦੇ ਨਾਲ ਇਹਨੂੰ ਵੰਡਦੇ ਹਾਂ। ਤਾਂ ਸਵਰ ਧੁਨੀਆਂ ਦਾ ਵਰਗੀਕਰਨ, ਸਵਰ ਧੁਨੀਆਂ ਦੀ ਵੀ ਅੱਗੇ ਵੰਡ ਕੀਤੀ ਗਈ ਹੈ ਤਿੰਨ ਆਧਾਰ ਦੇ ਉੱਤੇ, ਤਿੰਨ ਆਧਾਰਾਂ ਦੇ ਉੱਤੇ ਵੰਡ ਕੀਤੀ ਗਈ ਹੈ। ਪਹਿਲਾ ਆਧਾਰ ਹੈ ਜੀ ਮਾਤਰਾ ਦੇ ਆਧਾਰ 'ਤੇ, ਸਾਹ ਦੀ ਮਾਤਰਾ ਕਿੰਨੀ ਕੁ ਲੱਗਦੀ ਹੈ, ਸਮਾਂ ਕਿੰਨੀ ਮਾਤਰਾ 'ਚ ਲੱਗਦਾ ਹੈ, ਤਾਂ ਉਸ ਬੇਸ 'ਤੇ ਮਾਤਰਾ ਦੇ ਆਧਾਰ 'ਤੇ ਵੀ ਸਵਰਾਂ ਦੀ ਵੰਡ ਕੀਤੀ ਗਈ ਹੈ। ਉਹ ਕਿਹੜੀ ਵੰਡ ਅੱਗੇ ਸਮਝਾਂਗੇ। ਦੂਸਰਾ ਵਰਗੀਕਰਨ ਲੈਂਦੇ ਆਪਾਂ ਇੱਥੇ ਜੀਵ ਦੇ ਆਧਾਰ 'ਤੇ, ਵੀ ਜੀਵ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ, ਅੱਗੇ ਹੈ ਜੀਵ, ਪਿੱਛੇ ਹੈ ਜੀਵ, ਉੱਚੀ ਹੈ ਜੀਵ, ਨੀਵੀਂ ਹੈ ਜੀਵ। ਤਾਂ ਜੀਵ ਦੇ ਆਧਾਰ 'ਤੇ ਪਹਿਲਾਂ ਮਾਤਰਾ ਦੇ ਆਧਾਰ 'ਤੇ, ਠੀਕ ਹੈ ਜੀ, ਮਾਤਰਾ ਦੇ ਆਧਾਰ 'ਤੇ, ਫਿਰ ਜੀਵ ਦੇ ਆਧਾਰ 'ਤੇ, ਫਿਰ ਨੰਬਰ 3 ਬੁੱਲਾਂ ਦੇ ਆਧਾਰ 'ਤੇ, ਵੀ ਬੁੱਲਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ। ਬੁੱਲਾਂ ਦੇ ਆਧਾਰ 'ਤੇ ਵੀ ਸਵਰਾਂ ਨੂੰ ਵੰਡਿਆ ਗਿਆ ਹੈ। ਸਵਰ ਧੁਨੀਆਂ ਉਹੀ ਨੇ, ਸਵਰ ਧੁਨੀਆਂ ਉਹੀ ਨੇ 10, ਸਵਰ ਧੁਨੀਆਂ ਉਹੀ ਨੇ 10। ਮਾਤਰਾ ਦੇ ਆਧਾਰ 'ਤੇ ਇਹਨਾਂ ਨੂੰ 3 7 'ਚ ਵੰਡਤਾ ਇੱਦਾਂ, ਹੈ ਨਾ। ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਮਤਲਬ ਕਿ ਡਿਵਾਈਡ ਕਰ ਲਿਆ, ਵੀ 3 ਇੱਧਰ ਹੋ ਗਈਆਂ, 7 ਇੱਧਰ ਹੈਗੀਆਂ ਉਹ 10 ਹੀ ਨਹੀਂ, 10 ਦਾ ਹੀ ਰੌਲਾ ਹੈ, ਠੀਕ ਹੈ, 10 ਦਾ ਹੀ ਰੌਲਾ ਚੱਲਦਾ ਜਾਵੇਗਾ। ਇਸ ਤੋਂ ਬਾਅਦ ਦੇਖੋ ਪਹਿਲਾਂ ਆਪਾਂ ਮਾਤਰਾ ਦੇ ਬੇਸ 'ਤੇ ਵਰਗੀਕਰਨ ਸਮਝਦੇ ਹਾਂ, ਫਿਰ ਜੀਵ ਦੀ ਸਥਿਤੀ ਅਨੁਸਾਰ, ਫਿਰ ਬੁੱਲਾਂ ਦੀ ਸਥਿਤੀ ਅਨੁਸਾਰ, ਠੀਕ ਹੈ। ਤਾਂ ਜੇ ਤੁਹਾਨੂੰ ਪੁੱਛਿਆ ਜਾਵੇ ਕਿਹੜੇ 2 ਅੰਗਾਂ ਦੇ ਬੇਸ 'ਤੇ ਸਵਰ ਧੁਨੀਆਂ ਨੂੰ ਵੰਡਿਆ ਜਾਂਦਾ ਹੈ, ਮਤਲਬ ਕਿ ਵਰਗੀਕ੍ਰਿਤ ਕੀਤਾ ਜਾਂਦਾ ਹੈ, ਤਾਂ ਜੀਵ ਅਤੇ ਬੁੱਲ 2 ਅੰਗ ਨੇ ਆਪਣੇ, ਹੈ ਨਾ, ਉਚਾਰਨ ਅੰਗ ਨੇ ਇਹ। ਤਾਂ ਇਹਨਾਂ ਦੇ ਆਧਾਰ 'ਤੇ ਆਪਾਂ ਕੀ ਕਰਦੇ ਹਾਂ, ਜਿਹੜੀਆਂ ਸਵਰ ਧੁਨੀਆਂ ਨੇ ਉਹਨਾਂ ਨੂੰ ਵਰਗੀਕ੍ਰਿਤ ਕਰਦੇ ਹਾਂ, ਠੀਕ ਹੈ। ਤਾਂ ਇਹਨਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਆਪਾਂ ਅੱਗੇ ਹੁਣ ਸਮਝਣੀਆਂ ਨੇ। ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪਹਿਲੇ ਵਰਗੀਕਰਨ ਦੀ ਗੱਲ ਕਰਦੇ ਹਾਂ, ਮਾਤਰਾ ਦੇ ਆਧਾਰ 'ਤੇ। ਮਾਤਰਾ ਦਾ ਅਰਥ ਹੈ ਸਮਾਂ, ਕਿਸੇ ਵੀ ਕੰਮ ਨੂੰ ਕਰਨ ਲਈ ਕਿੰਨਾ ਸਮਾਂ ਲੱਗ ਰਿਹਾ ਹੈ, ਉਹ ਮਾਤਰਾ ਹੈ, ਠੀਕ ਹੈ। ਹੁਣ ਜਿਵੇਂ ਦੇਖੋ ਗੱਲ ਸੁਣੋ, ਠੀਕ ਹੈ, ਮਾਤਰਾ ਦੇ ਆਧਾਰ 'ਤੇ ਸਵਰ ਧੁਨੀ ਦੀਆਂ 2 ਕਿਸਮਾਂ ਹਨ, ਠੀਕ ਹੈ। ਸਵਰ ਧੁਨੀਆਂ ਦੀਆਂ 2 ਕਿਸਮਾਂ ਹਨ। 2 ਕਿਸਮਾਂ ਕਿਹੜੀਆਂ ਨੇ? ਲਘੂ ਸਵਰ ਧੁਨੀਆਂ, ਨੰਬਰ 2 ਦੀਰਘ ਸਵਰ ਧੁਨੀਆਂ, ਠੀਕ ਹੈ। ਲਘੂ ਸਵਰ ਧੁਨੀਆਂ, ਨੰਬਰ 2 ਦੀਰਘ ਸਵਰ ਧੁਨੀਆਂ। ਹੁਣ ਜਿਹੜੀਆਂ ਲਘੂ ਸਵਰ ਧੁਨੀਆਂ ਨੇ, ਠੀਕ ਹੈ, ਇਹ ਲਘੂ ਨੇ। ਲਘੂ ਦਾ ਅਰਥ ਹੁੰਦਾ ਹੈ ਕਿ ਮਾਈਨਰ, ਠੀਕ ਹੈ, ਘੱਟ। ਲਘੂ ਦਾ ਅਰਥ ਹੈ ਘੱਟ, ਛੋਟਾ, ਠੀਕ ਹੈ। ਹੁਣ ਦੇਖੋ ਲਘੂ ਸਵਰ ਧੁਨੀਆਂ ਉਹ ਨੇ ਜਦੋਂ ਆਪਾਂ ਸਵਰ ਧੁਨੀਆਂ ਦਾ ਉਚਾਰਨ ਕਰਦੇ ਹਾਂ, ਠੀਕ ਹੈ। 3 ਧੁਨੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਆਪਣੇ ਕੋਲ, ਜਿਨ੍ਹਾਂ ਦਾ ਉਚਾਰਨ ਕਰਨ ਲੱਗਿਆਂ ਸਮਾਂ ਘੱਟ ਮਾਤਰਾ ਵਿੱਚ ਲੱਗੇਗਾ, ਸਾਹ ਘੱਟ ਮਾਤਰਾ ਵਿੱਚ ਲੰਮਾ ਜਾਏਗਾ, ਠੀਕ ਹੈ। ਜਦੋਂ ਸਾਹ ਘੱਟ ਲੰਮਾ ਜਾਵੇ ਤਾਂ ਉਹ ਲਘੂ ਸਵਰ ਧੁਨੀਆਂ ਨੇ, ਠੀਕ ਹੈ। ਜਿਵੇਂ ਦੇਖੋ ਇੱਥੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਇੱਥੇ ਧੁਨੀਆਂ ਨੇ ਅ, ਈ,
ਊ। ਜਿਵੇਂ कि इत्थे एक आपां उदाहरण लैंदे आ, जिमें मुक्ते की उदाहरण लैंदे पहलां आपां। मुक्ते की एक देखो कर, इत्थे कक्का मुक्त है, ठीक है। इत्थे किहड़ी मतलब कि जिहड़ी स्वर धुनी है वो मुक्ता यूज हुई है क दे नाल, ठीक है, कर। तो इस तरीके इत्थे देखियो कार, इत्थे घट साह लगदा है, जिहड़ा मतलब कि मात्रा है, साह की मात्रा है, समय की मात्रा है, वो घट है, ठीक है। इहदे च वध है कार, क्योंकि इत्थे कन्ना स्वर धुनी मतलब कि आ स्वर धुनी है, इत्थे अ मतलब इत्थे तां मुक्ते वाली स्वर धुनी है, इत्थे कन्ने वाली आ स्वर धुनी है कार। जदों लम्मा साह लगे, ठीक है, जदों ज़्यादा साह लगे, ज़्यादा समा लगे तो वो दीर्घ है, जदों घट समा लगे तो वो लघु है, ठीक है। बस ये चीज़ां तुसीं ध्यान दे रख लिओ। इस तरह मैं तुहानूं होर भी उदाहरणां देणीआं ने, जिवें इत्थे आपां होर उदाहरण लै लो, जिवें यही है, ठीक है। इत्थे शब्द हुंदा अपने कोल एक सिर, सिर शब्द है, एक शब्द हुंदा अपने कोल सीर। इत्थे लघु स्वर धुनी है किहड़ी ई, लघु स्वर धुनी है ई, ते इत्थे अपने कोल दीर्घ है यह ई, सीर, सीर। इत्थे सिर, सिर वेले साह हल्का लगदा है, घट मात्रा च लगदा है, सीर वेले साह लम्मा जांदा है, ज़्यादा समा लगदा है, ठीक है। जदों ज़्यादा समा लगे दीर्घ, जदों घट लगे लघु, ठीक है। सिंपल जी गल ये होई। हुण बस इन्हां नूं तुसीं ध्यान दे च इदां रख लिओ भी तिन्न ने जिहड़ियां ओह लघु स्वर धुनियां ने, ठीक है, ते जिहड़ियां सत्त ने यह की ने जी अपने कोल दीर्घ स्वर धुनियां ने। पर एक खास गल होर जो पेपर वाले वरतते ने तरीका, वो तुहानूं हरसव धुनियां कहणगे, हरसव स्वर धुनियां कहणगे। हरसव स्वर धुनियां, हरसव मतलब कि लघु ही हुंदा है, ठीक है। हरसव धुनियां कहता तो तुसीं लघु स्वर धुनियां ही समझ लिओ। हरसव वो हुंदियां ने जिहड़ियां नूं बोलण उचारण करन समय समा घट लगे, है ना, घट मात्रा च साह लगे, तो वो किहने हरसव स्वर धुनियां ने। ये तिन्न ही ने जिहड़ियां ये हरसव भी कह दिंदे इन्हां नूं, लघु स्वर धुनियां भी कह दिंदे आ, ठीक है जी। तो इस तरीके नाल ये मात्रा के आधार पर अपने स्वर धुनियां की वंड कर लई है। हुण आपां अगला वर्गीकरण समझदे हां। अगले वर्गीकरण दे विच की है, जीव की स्थिति के अनुसार। देखो आपां जीव के अनुसार, जीव अपना हुण की है बेस है, आधार की बनावांगे आपां जीव, जीव के अनुसार आपां दो वर्गीकरण करांगे। एक तो जीव की स्थिति किस तरह की है, जीव अगे जाती है, जीव पिछे नूं हुंदी है, जीव विचाले तो उठती है, ठीक है। तो अगे पिछे विचाले, तो जीव की स्थिति है ये की है, जीव की स्थिति किस तरह की है। तो जीव की स्थिति के अनुसार पंजाबी के स्वरां नूं तिन्न भागां विच वंडिया जाता है। तिन्न भाग किहड़े-किहड़े ने, अगलेरे स्वर, विचकारले स्वर ते पिछलेरे स्वर, ठीक है। अगलेरे जदों जीव अगे नूं जा रही है, ई, ए, इहदे वेले जीव की स्थिति की है, अगे वल नूं है, अगलेरे स्वर ने ये। ते विचकारले स्वर किहड़े ने, जिवें ई, ऊ, आ, इहदे वेले जीव विचकार है, विचकार तो किरियाशील है, ठीक है। जो अगे तो किरियाशील है तो अगलेरे, जो विचकार तो किरियाशील है तो विचकारले, जो पिछे तो किरियाशील होगी तो यह पिछलेरे स्वर होणगे, जिवें ऊ, ओ, औ। तो इस समय जीव है पिछे तो ज़्यादा किरियाशील है, फील करो इनू, ऊ, ओ, औ। तो इस तरीके नाल यह पिछे तो ज़्यादा किरियाशील है। तो तिन्न किहड़े ने, अगलेरे ने, ठीक है। तो चार किहड़े ने, विचकारले ने, तिन्न किहड़े ने, पिछलेरे ने। हो हैगे ओही 10 ने जिहड़े मैं तुहानूं शुरू च दस्से ना, हैगे ओही 10 ने, ठीक है। तो अगलेरे स्वर किन्ने ने, तिन्न ने, विचकारले 4 ने, पिछलेरे 3 ने, ठीक है। हैगे ओही 3 ने, बस फर्क कित्थे पै जांदा है कि यह अगे पिछे हो गई, ठीक है। तो इस तरीके नाल यह जीव की स्थिति के अनुसार यह 3 किस्मां बनदियां ने। इस तो बाद आपां जीव की उचाई की गल करदे हां। उत्थे तां जीव की स्थिति सी भी जीव अगे हुंदी सी, जीव पिछे हुंदी सी, जीव विचाले हुंदी सी, ठीक है, मतलब कि किरियाशील सी। ते इस तो बाद इत्थे गल आ गई जीव की उचाई की। जीव की उचाई के आधार पर स्वर धुनियां नूं 4 भागां विच वंडिया जाता है, मतलब कि जिहड़ियां स्वर धुनियां ने ना 10 ने। हुण इन्हां 10 नूं आपां ने 4 भागां दे विच वंड लिया, कादे आधार ते, जीव की उचाई के आधार पर, भी जीव उच्ची है कि जीव बिल्कुल नीवी है, उच्चे तो थोड़ा जा थल्ले है तो नीवे तो थोड़ा जा उत्ते है, यह स्थिति है। देखो गल सुनो, मैं तुहानूं इत्थे 4 स्टैप बना के दसदा, ठीक है। इदां ये 4 स्टैपां नूं समझो।
ਇੱਥੇ ਇਹਦੇ ਆਪਾਂ ਨੇ 4 ਬਾਕਸ ਲਗਾ ਲਏ ਇੱਥੇ, ਠੀਕ ਹੈ 4 ਬਾਕਸ ਲਗਾ ਲਏ। ਜਦੋਂ ਤਾਂ ਜੀਵ ਇੱਥੇ ਹੈ ਇਹਨੂੰ ਤਾਂ ਆਪਾਂ ਨੇ ਗਿਣਿਆ ਉੱਚੇ 'ਚ, ਠੀਕ ਹੈ। ਜਦੋਂ ਜੀਵ ਇੱਥੇ ਹੈ ਚੌਥੇ ਨੰਬਰ 'ਤੇ ਹੈ ਇਹਨੂੰ ਆਪਾਂ ਨੇ ਗਿਣਿਆ ਨੀਵੇਂ 'ਚ, ਠੀਕ ਹੈ। ਇੱਥੇ ਦੂਜੇ ਨੰਬਰ 'ਤੇ ਹੈ, ਇੱਥੇ ਤੀਜੇ ਨੰਬਰ 'ਤੇ ਹੈ, ਠੀਕ ਹੈ। ਜਦੋਂ ਤਾਂ ਦੇਖ ਜੀਵ ਬਿਲਕੁਲ ਉੱਚੀ ਜਾ ਰਹੀ ਹੈ, ਜਿਵੇਂ ਈ ਊ ਈ ਊ, ਇਹ ਦੋ ਧੁਨੀਆਂ ਦਾ ਉਚਾਰਨ ਕਰਨ ਵੇਲੇ ਜੀਵ ਬਿਲਕੁਲ ਉੱਚੀ ਗਈ ਹੈ ਤਾਂ ਇਹਨਾਂ ਨੂੰ ਆਪਾਂ ਨੇ ਉੱਚੇ ਸਵਰ ਕਹਿਤਾ। ਕਿਹੜੇ ਕਹਿਤਾ? ਉੱਚੇ ਸਵਰ ਕਹਿਤਾ। ਤੇ ਉੱਚੇ ਸਵਰ ਨੂੰ ਆਪਾਂ ਬੰਦ ਸਵਰ ਵੀ ਕਹਿ ਦਿੰਦੇ ਆ, ਉੱਚੇ ਸਵਰ ਨੂੰ ਆਪਾਂ ਬੰਦ ਸਵਰ ਵੀ ਕਹਿ ਦਿੰਦੇ ਆ, ਇਹ ਚੀਜ਼ ਨੂੰ ਯਾਦ ਰੱਖਿਓ। ਤਾਂ ਜੀਵ ਪਹਿਲੇ ਖਾਨੇ ਦੇ ਵਿੱਚ ਰੈਂਕ ਕਰ ਗਈ, ਠੀਕ ਹੈ। ਜੀਵ ਇਹ ਮੰਨ ਲਓ ਵੀ ਉਹ ਪਹਿਲੇ ਖਾਨੇ ਦੇ ਵਿੱਚ ਰੈਂਕ ਕਰ ਰਹੀ ਹੈ, ਠੀਕ ਹੈ, ਉੱਚੇ ਸਵਰਾਂ ਦੇ ਵੇਲੇ। ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਪਹਿਲਾਂ ਉੱਚੇ ਦੀ ਕਰ ਲਈ ਨਾ, ਈ ਊ, ਤਾਂ ਜੀਵ ਹੈ ਜਿਹੜੀ ਉਹ ਉੱਚੀ ਹੈ, ਠੀਕ ਹੈ। ਜੀਵ ਦੀ ਮਤਲਬ ਕਿ ਉਚਾਈ ਉੱਚੀ ਹੈ। ਹੁਣ ਦੇਖੋ ਗੱਲ ਕਰਦੇ ਹਾਂ ਨੀਵੇਂ ਦੀ, ਠੀਕ ਹੈ। ਨੀਵੇਂ ਸਵਰ ਇਹਨਾਂ ਨੂੰ ਆਪਾਂ ਖੁੱਲੇ ਸਵਰ ਵੀ ਕਹਿ ਦਿੰਦੇ ਹਾਂ, ਨੀਵੇਂ ਸਵਰ ਜਿਹਨਾਂ ਨੂੰ ਆਪਾਂ ਖੁੱਲੇ ਸਵਰ ਵੀ ਕਹਿ ਦਿੰਦੇ ਹਾਂ। ਜਿਵੇਂ ਐ, ਦੇਖੋ ਜੀਵ ਥੱਲੇ ਲੱਗ ਰਹੀ ਹੈ, ਬਿਲਕੁਲ ਨੀਵੀਂ ਹੈ, ਐ ਆ ਔ, ਠੀਕ ਹੈ। ਜੀਵ ਬਿਲਕੁਲ ਨੀਵੀਂ ਹੈ, ਯਾਨੀ ਕਿ ਇਸ ਬਾਕਸ ਦੇ ਵਿੱਚ ਹੈ, ਸਭ ਤੋਂ ਨੀਵੀਂ ਹੈ, ਠੀਕ ਹੈ। ਹੁਣ ਦੇਖੋ ਉੱਚੇ ਵੀ ਹੋ ਗਏ, ਨੀਵੇਂ ਵੀ ਹੋ ਗਏ। ਹੁਣ ਅਰਧ ਉੱਚੇ, ਅਰਧ ਉੱਚੇ ਦਾ ਅਰਥ ਕੀ ਹੈ ਕਿ ਇਹ ਉੱਚੇ ਤੋਂ ਥੋੜੀ ਜਿਹੀ ਥੱਲੇ ਹੈ, ਉੱਚੇ ਤੋਂ ਥੋੜੀ ਜਿਹੀ ਥੱਲੇ ਹੈ, ਠੀਕ ਹੈ। ਅਰਧ ਉੱਚੇ ਮਤਲਬ ਕਿ ਦੂਸਰੇ ਬਾਕਸ ਦੇ ਵਿੱਚ ਜੀਵ ਹੈ, ਠੀਕ ਹੈ। ਤਾਂ ਜੀਵ ਦੀ ਸਥਿਤੀ ਸੈਕਿੰਡ ਹੈ। ਹੁਣ ਦੇਖੋ ਇਹਨਾਂ ਨੂੰ ਆਪਾਂ ਅੱਧ ਬੰਦ ਸਵਰ ਵੀ ਕਹਿ ਦਿੰਦੇ ਹਾਂ, ਅਰਧ ਉੱਚੇ ਸਵਰ ਵੀ ਕਹਿ ਦਿੰਦੇ ਹਾਂ, ਜਿਵੇਂ ਈ ਊ ਈ ਊ, ਤਾਂ ਇਹ ਕੀ ਨੇ ਜੀ ਆਪਣੇ ਕੋਲ ਅਰਧ ਉੱਚੇ ਸਵਰ ਨੇ, ਠੀਕ ਹੈ, ਅਰਧ ਉੱਚੇ ਸਵਰ। ਇਸ ਤੋਂ ਬਾਅਦ ਗੱਲ ਆਉਂਦੀ ਹੈ ਅਰਧ ਨੀਵੇਂ। ਅਰਧ ਨੀਵੇਂ ਦੇ ਸਮੇਂ ਜੀਵ ਇਹ ਇੱਥੇ ਹੋਏਗੀ, ਤੀਸਰੇ ਰੈਂਕ ਤੇ ਹੋਏਗੀ, ਠੀਕ ਹੈ। ਅਰਧ ਨੀਵੇਂ ਮਤਲਬ ਕਿ ਬਿਲਕੁਲ ਨੀਵੇਂ ਵੀ ਨਹੀਂ ਹੈਗੇ, ਬਿਲਕੁਲ ਨੀਵੇਂ ਤੋਂ ਥੋੜਾ ਜਿਹਾ ਉੱਪਰ ਨਹੀਂ, ਠੀਕ ਹੈ। ਜਿਵੇਂ ਏ ਅ ਓ, ਠੀਕ ਹੈ, ਏ ਅ ਓ, ਤਾਂ ਇਸ ਤਰੀਕੇ ਨਾਲ ਇਹ ਕੀ ਨੇ, ਅਰਧ ਨੀਵੇਂ ਨੇ, ਇਹਨੂੰ ਅੱਧ ਖੁੱਲੇ ਵੀ ਕਹਿ ਦਿੱਤਾ ਜਾਂਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ 4 ਕਿਸਮਾਂ ਆਪਣੇ ਕੋਲ ਬਣ ਚੁੱਕੀਆਂ ਨੇ ਜੀਵ ਦੀ ਉਚਾਈ ਦੇ ਆਧਾਰ ਤੇ, ਠੀਕ ਹੈ। ਆਪਾਂ ਦੇਖੋ ਕਿੰਨਾ ਡੀਪ ਦੇ ਵਿੱਚ ਸਮਝ ਰਹੇ ਹਾਂ। ਜੀਵ ਦੀ ਸਥਿਤੀ ਦੇ ਅਨੁਸਾਰ ਅਲੱਗ ਆਪਾਂ ਨੇ 3 ਵੰਡੀਆਂ ਕਿਸਮਾਂ, ਠੀਕ ਹੈ, ਤੇ ਜੀਵ ਦੀ ਉਚਾਈ ਦੇ ਅਨੁਸਾਰ ਆਪਾਂ ਨੇ ਅਲੱਗ ਵੰਡੀਆਂ, ਠੀਕ ਹੈ। ਤਾਂ ਹੁਣ ਮੈਂ ਤੁਹਾਨੂੰ ਇਹਨਾਂ ਦੀ ਗਿਣਤੀ ਨੂੰ ਇੱਕ ਵਾਰ ਦੁਬਾਰਾ ਰਿਵਾਈਜ਼ ਕਰ ਦਿੰਦਾ। ਹੈਗੇ ਉਹੀ 10 ਸਵਰ ਨੇ, ਬਸ ਰੌਲਾ ਕਿੱਥੇ ਪੈ ਗਿਆ ਵੀ ਹੁਣ ਇੱਥੇ ਆਪਾਂ ਜੀਵ ਦੀ ਉਚਾਈ ਦੇਖੀ ਹੈ। ਇਹ ਦੋ ਕਿਹੜੇ ਨੇ? ਉੱਚੇ ਸਵਰ ਨੇ, ਠੀਕ ਹੈ। ਅਰਧ ਉੱਚੇ ਕਿੰਨੇ ਨੇ? 2 ਨੇ, ਠੀਕ ਹੈ। ਅਰਧ ਨੀਵੇਂ ਕਿੰਨੇ ਨੇ ਆਪਣੇ ਕੋਲ? 3 ਨੇ। ਤੇ ਨੀਵੇਂ ਕਿੰਨੇ ਨੇ? 3 ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ 2 4, ਠੀਕ ਹੈ, 7 10, ਇਹ 10 ਕੀ ਹੋ ਗਈਆਂ? ਸਵਰ ਧੁਨੀਆਂ ਹੋ ਗਈਆਂ। ਤਾਂ 10 ਸਵਰ ਧੁਨੀਆਂ ਨੂੰ ਆਪਾਂ ਨੇ ਹੁਣ ਇੱਥੇ 4 ਭਾਗਾਂ ਦੇ ਵਿੱਚ ਵੰਡਿਆ ਜੀਵ ਦੀ ਉਚਾਈ ਦੇ ਆਧਾਰ ਤੇ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਜੋ ਆਪਣਾ ਪੁਆਇੰਟ ਹੋਏਗਾ, ਨੈਕਸਟ ਪੁਆਇੰਟ, ਬੁੱਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਇਹ ਵਰਗੀਕਰਨ ਬੜਾ ਈਜ਼ੀ ਹੈ ਤੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਵੀ ਬਹੁਤ ਜ਼ਿਆਦਾ ਹੈ। ਤਾਂ ਬੁੱਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਠੀਕ ਹੈ ਜੀ। ਹੁਣ ਬੁੱਲ ਦੇਖਣੇ ਨੇ ਆਪਾਂ ਨੇ, ਜੀਵ ਤੱਕ ਆਪਾਂ ਨੂੰ ਕੋਈ ਮਤਲਬ ਨਹੀਂ। ਹੁਣ ਬੁੱਲ ਦੇਖੋ, ਜਦੋਂ ਆਪਾਂ ਸ਼ਬਦ ਬੋਲਦੇ ਹਾਂ ਊ, ਠੀਕ ਹੈ, ਮਤਲਬ ਧੁਨੀ ਦਾ ਉਚਾਰਨ ਕਰੋ ਊ ਈ, ਦੇਖੋ ਬੁੱਲਾਂ ਤੇ ਧਿਆਨ ਦਿਓ, ਆਪਣੇ ਬੁੱਲਾਂ ਦੇ ਹੱਥ ਰੱਖੋ, ਦੇਖੋ ਊ ਊ ਓ ਔ ਊ, ਠੀਕ ਹੈ। ਜਿਵੇਂ ਊਠ ਬੋਲੋ, ਊਠ ਊਠ, ਪਹਿਲਾਂ ਊ ਦੀ ਮਤਲਬ ਧੁਨੀ ਉਚਾਰ ਰਹੇ ਆਪਾਂ, ਤਾਂ ਬੁੱਲ ਗੋਲ ਨੇ, ਊਠ। ਹੁਣ ਉਚਾਰੋ, ਮੰਨ ਕੇ ਚੱਲੋ ਤੁਸੀਂ ਈਦ 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 ਈਦ, ਬੁੱਲ ਚਪਟੇ ਹੋ ਗਏ, ਠੀਕ ਹੈ। ਜਦੋਂ ਤਾਂ ਬੁੱਲ ਗੋਲ ਨੇ ਉਹ ਗੁਲਾਈਦਾਰ ਸਵਰ ਨੇ, ਠੀਕ ਹੈ। ਜਦੋਂ ਬੁੱਲ ਗੋਲ ਨੇ ਤਾਂ ਇਹ ਗੁਲਾਈਦਾਰ ਸਵਰ ਨੇ। ਜਦੋਂ ਬੁੱਲ ਗੋਲ ਨਾ ਹੋ ਕੇ ਲੰਮੇ ਜਿਹੇ ਹੋ ਗਏ, ਹੈ ਨਾ, ਇੱਦਾਂ ਜਿਹੇ ਹੋ ਗਏ, ਇੱਦਾਂ ਦੀ ਸਥਿਤੀ 'ਚ ਨੇ, ਇੱਥੇ ਇੱਦਾਂ ਦੀ ਸਥਿਤੀ 'ਚ ਸੀ, ਬੁੱਲ ਗੋਲ ਸੀ, ਠੀਕ ਹੈ, ਗੋਲ ਸੀ। ਤਾਂ ਹੁਣ ਦੇਖੋ ਗੁਲਾਈ ਰਹਿਤ ਈ ਏ ਈ ਐ ਆ ਅ, ਠੀਕ ਹੈ। ਤਾਂ ਇਸ ਤਰੀਕੇ ਨਾਲ ਗੁਲਾਈਦਾਰ ਨੇ ਜਿਹੜੇ ਇਹ 4 ਨੇ ਤੇ ਗੁਲਾਈ ਰਹਿਤ ਨੇ ਜਿਹੜੇ ਇਹ 6 ਨੇ, ਠੀਕ ਹੈ। ਹੁਣ ਦੇਖੋ ਤੁਸੀਂ ਮਤਲਬ ਜਿਹੜੇ 10 ਸਵਰ ਨੇ ਉਹਨਾਂ ਨੂੰ ਕਿੰਨੇ ਘੈਂਟ ਤਰੀਕੇ ਨਾਲ ਸਮਝ ਲਏ, ਠੀਕ ਹੈ। ਆਪਾਂ ਨੇ ਕੀ ਕੀ ਸਮਝਿਆ? ਇਹਨਾਂ ਨੂੰ ਬੁੱਲਾਂ ਦੀ ਸਥਿਤੀ ਅਨੁਸਾਰ ਸਮਝਿਆ,
ਜੀਵ ਦੀ ਸਥਿਤੀ ਅਨੁਸਾਰ ਦੋ ਤਰੀਕੇ ਨਾਲ ਸਮਝਿਆ, ਜੀਵ ਦੀ ਸਥਿਤੀ ਤੇ ਜੀਵ ਦੀ ਉਚਾਈ। ਠੀਕ ਹੈ, ਜੀਵ ਦੇ ਆਧਾਰ ਤੇ ਵੀ ਸਮਝ ਲਿਆ, ਮਾਤਰਾ ਦੇ ਆਧਾਰ ਤੇ ਵੀ ਆਪਾਂ ਨੇ ਇਹਨੂੰ ਸਮਝ ਲਿਆ। ਹੁਣ ਇਹਨਾਂ ਸਾਰਿਆਂ ਦੇ ਵਿੱਚ ਇੱਥੇ ਮੈਂ ਤੁਹਾਨੂੰ ਇੱਕ ਉਦਾਹਰਨ ਲੈਣ ਚਾਹਾਂਗਾ ਈ ਦੀ। ਠੀਕ ਹੈ, ਇੱਥੇ ਦੇਖੋ ਜਿਹੜੀ ਈ ਹੈ, ਈ ਇਹ ਇੱਕ ਧੁਨੀ ਨੂੰ ਚੱਕਾਂਗਾ ਮੈਂ, ਇਹਦੀਆਂ ਉਦਾਹਰਨਾਂ ਦੇ ਕੇ ਜਾਵਾਂਗਾ ਤੁਹਾਨੂੰ। ਇੱਥੇ ਦੇਖੋ ਗੁਲਾਈ ਰਹਿਤ ਹੈ, ਈ ਕੀ ਹੈ, ਗੁਲਾਈ ਰਹਿਤ ਹੈ। ਈ ਕੀ ਹੈ, ਗੁਲਾਈ ਰਹਿਤ ਹੈ। ਹੁਣ ਜਿਹੜੀ ਈ ਹੈ ਇਹ ਗੁਲਾਈ ਰਹਿਤ ਹੈ। ਹੁਣ ਇੱਥੇ ਦੱਸੋ ਈ ਕੀ ਹੈ? ਸਾਰਿਆਂ ਦੇ ਵਿੱਚੋਂ ਚੱਕਣਾ ਪਾਣੀ ਈ ਨੂੰ। ਠੀਕ ਹੈ, ਸਾਰਿਆਂ ਦੇ ਵਿੱਚੋਂ ਚੱਕਣਾ ਪਾਣੀ, ਉਸ ਦੇ ਬੇਸ ਤੇ ਪੈਂਦੀਆਂ ਉਦਾਹਰਨਾਂ ਲਵਾਂਗੇ। ਹੁਣ ਇੱਥੇ ਈ ਕੀ ਹੈ ਆਪਣੇ ਕੋਲ ਉੱਚੇ ਸਵਰਾਂ 'ਚ ਆਉਂਦੀ ਹੈ, ਉੱਥੇ ਗੁਲਾਈ ਰਹਿਤ ਸੀ, ਇੱਥੇ ਉੱਚੇ ਸਵਰਾਂ ਦੇ 'ਚ ਆਉਂਦੀ ਹੈ ਈ। ਠੀਕ ਹੈ, ਉੱਚੀ ਉੱਠੂਗੀ ਜੀਭ। ਤੇ ਇੱਥੇ ਈ ਅਗਲੇਰੇ ਸਵਰਾਂ 'ਚ ਵੀ ਆਉਂਦੀ ਹੈ। ਠੀਕ ਹੈ, ਈ। ਤੇ ਇੱਥੇ ਈ ਹੈ ਜਿਹੜੀ ਉਹ ਦੀਰਘ ਦੇ ਵਿੱਚ ਵੀ ਆਉਂਦੀ ਹੈ। ਠੀਕ ਹੈ, ਹੁਣ ਸਾਰੀਆਂ ਗੱਲਾਂ ਮੈਂ ਉੱਥੇ ਅੱਗੇ ਜਾ ਕੇ ਸਮ ਅਪ ਕਰਾਂਗਾ, ਦੇਖਦੇ ਜਾਇਓ ਤੁਸੀਂ। ਠੀਕ ਹੈ, ਹੁਣ ਜਿਵੇਂ ਇੱਥੇ ਗੱਲ ਸੁਣੋ, ਆਪਾਂ ਉਦਾਹਰਨ ਲੈ ਰਹੇ ਹਾਂ ਹੁਣ ਈ ਦੀ। ਈ ਅਗਲੇਰੇ ਸਵਰ ਵਜੋਂ ਵੀ ਵਿਚਰਦੀ ਹੈ, ਈ ਉੱਚੇ ਸਵਰ ਵਜੋਂ ਵੀ ਵਿਚਰਦੀ ਹੈ, ਇੱਥੇ ਅੱਧਕ ਲਗਾ ਲਓ, ਉੱਚੇ ਸਵਰ ਵਜੋਂ ਵੀ ਵਿਚਰਦੀ ਹੈ, ਇਹ ਗੁਲਾਈ ਰਹਿਤ ਸਵਰ ਵਜੋਂ ਵੀ ਵਿਚਰਦੀ ਹੈ, ਤੇ ਇਹ ਦੀਰਘ ਸਵਰ ਧੁਨੀ ਵਜੋਂ ਵੀ ਵਿਚਰਦੀ ਹੈ। ਧੁਨੀਆਂ ਦੀ ਗੱਲ ਕਰ ਰਿਹਾ ਮੈਂ, ਅਗਲੇਰੀ ਸਵਰ ਧੁਨੀ, ਠੀਕ ਹੈ, ਉੱਚੇ ਸਵਰ ਧੁਨੀਆਂ ਤੇ ਗੁਲਾਈ ਰਹਿਤ ਸਵਰ ਧੁਨੀਆਂ ਤੇ ਦੀਰਘ ਸਵਰ ਧੁਨੀਆਂ। ਠੀਕ ਹੈ, ਹੁਣ ਦੇਖੋ ਈਦ, ਈਦ ਬੋਲਿਓ, ਸ਼ਬਦ ਬੋਲੋ ਈਦ। ਇਹ ਈਦ ਇੱਦਾਂ ਨਹੀਂ ਬਣਿਆ, ਈਦ ਮਤਲਬ ਕਿ ਜੀਵ ਦੀ ਸਥਿਤੀ ਅੱਗੇ ਵੱਲ ਨੂੰ ਹੈ, ਫੀਲ ਕਰਿਓ ਇਹਨੂੰ। ਈਦ ਜੀਵ ਦੀ ਸਥਿਤੀ ਦੇਖੋ ਅੱਗੇ ਵੱਲ ਨੂੰ ਹੈ, ਈਦ, ਈਦ। ਠੀਕ ਹੈ, ਲੀਰ, ਲੀਰ। ਹੁਣ ਈਦ ਵੇਲੇ ਜੀਵ ਅੱਗੇ ਨੂੰ ਗਈ। ਠੀਕ ਹੈ, ਇਹਦੇ ਵੇਲੇ ਅੱਗੇ ਨੂੰ ਗਈ, ਤਾਂ ਇਹ ਕੀ ਹੈ, ਇੱਥੇ ਭੂਮਿਕਾ ਨਿਭਾਈ ਜਾ ਰਹੀ ਹੈ ਇਹਦੀ ਅਗਲੇਰੇ ਸਵਰ ਧੁਨੀ ਵਜੋਂ, ਈਦ। ਫੀਲ ਕਰੋ ਈਦ। ਹੁਣ ਇੱਥੇ ਦੇਖਿਓ ਲੀਰ, ਲੀਰ, ਲੀਰ। ਫੀਲ ਕਰੋ, ਮੈਂ ਸ਼ਬਦ ਜਿਹਾ ਹੀ ਲੈ ਕੇ ਆਇਆ ਵੀ ਜੀਭ ਉੱਠੂਗੀ ਹੁਣ, ਲੀਰ, ਲੀਰ, ਲੀਰ। ਠੀਕ ਹੈ, ਤਾਂ ਲੀਰ ਵੇਲੇ ਜੀਭ ਉੱਠ ਰਹੀ ਹੈ, ਉੱਚੀ ਉੱਠ ਰਹੀ ਹੈ, ਲੀਰ। ਮੀਰ, ਇੱਥੇ ਹੁਣ ਦੇਖੋ ਵੀ ਬੁੱਲ ਕਿੱਦਾਂ ਨੇ, ਗੋਲ ਨੇ ਬੁੱਲ ਜਾਂ ਫਿਰ ਚਪਟੇ ਨੇ, ਚਪਟੇ ਨੇ। ਮੀਰ, ਮੀਰ। ਹੁਣ ਊਠ ਬੋਲੋ, ਊਠ, ਊਠ ਗੋਲ ਨੇ। ਹੁਣ ਬੋਲੋ ਮੀਰ, ਮੀਰ। ਬੁੱਲ ਚਪਟੇ ਨੇ, ਗੁਲਾਈ ਰਹਿਤ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਇੱਥੇ ਗੁਲਾਈ ਰਹਿਤ ਵਜੋਂ ਕੰਮ ਕਰ ਰਹੀ ਹੈ। ਇੱਥੇ ਸੀਰ ਕੀ ਨੇ, ਦੀਰਘ ਹੈ। ਠੀਕ ਹੈ, ਮਾਤਰਾ ਜ਼ਿਆਦਾ ਲੱਗ ਰਹੀ ਹੈ, ਸਾਹ ਦੀ ਮਾਤਰਾ ਜ਼ਿਆਦਾ ਲੱਗ ਰਹੀ ਹੈ, ਸਮਾਂ ਜ਼ਿਆਦਾ ਲੱਗ ਰਿਹਾ, ਸੀਰ, ਸੀਰ। ਹੁਣ ਇਹ ਨਾ ਕਹਿ ਦਿਓ ਇੱਥੇ ਵੀ ਦੀਰਘ ਸੀ, ਸਾਰੇ ਕਿਤੇ ਇਹ ਦੀਰਘ ਹੀ ਹੈ, ਮੈਂ ਵੈਸੇ ਤੁਹਾਨੂੰ ਉਦਾਹਰਨ ਅਲੱਗ ਅਲੱਗ ਦੇ ਰਹੀ ਹਾਂ। ਠੀਕ ਹੈ, ਇੱਕ ਉਦਾਹਰਨ ਤੇ ਵੀ ਸਾਰੀਆਂ ਚੀਜ਼ਾਂ ਢੁੱਕ ਜਾਣਗੀਆਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਸੀਰ, ਮੀਰ, ਲੀਰ, ਈਦ ਸਾਰੇ ਕਿਤੇ ਦੀਰਘ ਹੀ ਹੈ, ਜ਼ਿਆਦਾ ਮਾਤਰਾ 'ਚ ਸਮਾਂ ਲੱਗ ਰਿਹਾ ਨਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਇਹ ਅਲੱਗ ਅਲੱਗ ਉਦਾਹਰਨਾਂ ਦਿੱਤੀਆਂ ਨੇ ਵੀ ਇਸ ਤਰੀਕੇ ਨਾਲ ਜਿਹੜੀ ਈ ਧੁਨੀ ਹੈ ਇਹ ਅਗਲੇਰੇ, ਉੱਚੇ, ਗੁਲਾਈ ਰਹਿਤ ਅਤੇ ਦੀਰਘ ਸਵਰ ਧੁਨੀ ਵਜੋਂ ਕੰਮ ਕਰਦੀ ਹੈ। ਤਾਂ ਇਸ ਤਰੀਕੇ ਨਾਲ ਹਰੇਕ ਧੁਨੀ ਦਾ ਅਲੱਗ ਅਲੱਗ ਸਿਸਟਮ ਹੈ ਬਣਿਆ ਹੋਇਆ, ਉਹ ਸਾਰੇ ਸਿਸਟਮਾਂ ਨੂੰ ਆਪਾਂ ਨੇ ਸਮਝ ਲਿਆ। ਹੁਣ ਆਪਾਂ ਅੱਗੇ ਗੱਲ ਕਰਾਂਗੇ, ਦੇਖੋ ਜੀ ਇੱਕ ਖਾਸ ਗੱਲ ਜੋ ਆਪਾਂ ਨੇ ਕਰਨੀ ਹੈ, ਇਹ ਕਰਨੀ ਹੈ ਵੀ ਇੱਕ ਸਵਰ ਸੰਯੋਗ ਹੁੰਦਾ ਹੈ। ਸਵਰ ਸੰਯੋਗ ਨੂੰ ਸਮਝਦੇ ਹਾਂ ਪਹਿਲਾਂ ਆਪਾਂ। ਸਵਰ ਸੰਯੋਗ, ਸੰਯੋਗ ਦਾ ਅਰਥ ਹੋ ਗਿਆ ਮਿਲ ਗਏ, ਆਪਸ ਵਿੱਚ ਉਹਨਾਂ ਦੀ ਬਣ ਗਈ, ਠੀਕ ਹੈ ਗੱਲਬਾਤ, ਤੇ ਉਹ ਆਪਸ ਵਿੱਚ ਮਿਲ ਗਏ। ਠੀਕ ਹੈ, ਜਦੋਂ ਦੋ ਜਾਂ ਦੋ ਤੋਂ ਵੱਧ ਸਵਰ ਇਕੱਠੇ ਉਚਾਰੇ ਜਾਣ। ਹੁਣ ਦੋ ਜਾਂ ਦੋ ਤੋਂ ਵੱਧ ਸਵਰ ਇਕੱਠੇ ਉਚਾਰਾਂਗੇ, ਹੋ ਸਕਦਾ ਦੋਨੇ ਲਘੂ ਲਘੂ ਹੋਣ, ਹੋ ਸਕਦਾ ਦੋਨੇ ਦੀਰਘ ਦੀਰਘ ਹੋਣ, ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਹੈ, ਤੇ ਇਸ ਤੋਂ ਬਾਅਦ ਪਰ ਵਿਭਿੰਨ, ਵਿਭਿੰਨ ਪਰ ਜੁੜਵੇਂ ਨੇ, ਹੈਗੇ ਅਲੱਗ ਅਲੱਗ ਨਹੀਂ ਵੀ ਇੱਕ ਅ ਹੈ, ਇੱਕ ਈ ਹੈ, ਅ ਤੇ ਈ ਹੈ, ਹੈਗੇ ਵਿਭਿੰਨ ਨਹੀਂ ਪਰ ਕੀ ਨੇ, ਜੁੜਵੇਂ ਨੇ, ਜੁੜੇ ਹੋਏ ਨੇ ਆਪਸ 'ਚ। ਉਚਾਰ ਖੰਡਾਂ ਦੇ ਕੇਂਦਰ ਬਿੰਦੂ ਦੇ ਤੌਰ 'ਤੇ ਵਿਚਰਦੇ ਹੋਣ ਤਾਂ ਸਵਰਾਂ ਦੀ ਇਸ ਭਾਂਤ ਦੀ ਵਰਤੋਂ ਨੂੰ ਸਵਰ ਸੰਯੋਗ ਕਿਹਾ ਜਾਂਦਾ ਹੈ। ਜਿਵੇਂ ਲਿਆਉਣਾ ਸ਼ਬਦ ਹੈ, ਲਿਆਉਣਾ। ਹੁਣ ਇਹਦੇ 'ਚ ਦੇਖਿਓ ਲਿਆਉਣਾ ਸ਼ਬਦ ਹੈ, ਇਹਦੇ 'ਚ ਸਵਰ ਧੁਨੀਆਂ ਕਿੰਨੀਆਂ ਆ ਗਈਆਂ, ਇੱਕ ਤਾਂ ਲ, ਈ, ਆ, ਊ, ਨਾ, ਤਾਂ ਇੱਕ ਤਾਂ ਇਹ ਸਵਰ ਧੁਨੀ ਆ ਗਈ, ਤੋੜ ਕੇ ਲਿਖਿਆ ਮੈਨੂੰ, ਇਹ ਵੀ ਸਵਰ ਧੁਨੀ ਆ ਗਈ ਆ। ਠੀਕ ਹੈ, ਤੇ ਇਹ ਵੀ ਤਾਂ ਸਵਰ ਧੁਨੀ ਹੈ ਤੇ ਇਹ ਵੀ ਤਾਂ ਸਵਰ ਧੁਨੀ ਹੈ। ਇਸ ਤਰੀਕੇ ਨਾਲ ਇਹ 'ਚ ਚਾਰ ਸਵਰ ਧੁਨੀਆਂ ਆ ਗਈਆਂ, ਕੀ ਆ ਗਈਆਂ, ਚਾਰ ਸਵਰ ਧੁਨੀਆਂ ਆ ਗਈਆਂ, ਲਿਆਉਣਾ। ਤਾਂ ਇਹ ਸਵਰ ਧੁਨੀਆਂ ਆਪਸ ਵਿੱਚ ਕੰਬਾਈਨ ਹੋ ਕੇ ਜਿਵੇਂ ਇੱਥੇ ਤਿੰਨ ਇਕੱਠੀਆਂ ਆ ਗਈਆਂ। ਠੀਕ ਹੈ, ਤਾਂ ਇਸ ਤਰ੍ਹਾਂ ਇਹਨਾਂ ਦਾ ਸੰਯੋਗ ਬਣਦਾ ਹੈ। ਠੀਕ ਹੈ, ਇਹ ਕੀ ਹੈ, ਸੰਯੋਗ ਹੈ, ਸਵਰ ਸੰਯੋਗ ਕਹਿੰਦੇ ਜਿਹਨੂੰ ਆਪਾਂ। ਠੀਕ ਹੈ, ਜਦੋਂ ਦੋ ਤੋਂ ਵੱਧ, ਤਿੰਨ, ਚਾਰ ਜਿੰਨੀਆਂ ਵੀ ਧੁਨੀਆਂ ਇਕੱਠੀਆਂ ਆ ਜਾਣ, ਦੋ ਤੋਂ ਵੱਧ ਆਉਣਗੀਆਂ ਤਾਂ ਉਹਨੂੰ ਤਾਂ ਸਵਰ ਸੰਯੋਗ ਹੈ, ਕਿ ਖੇਡ ਛੱਡ ਦਿਓ।
ठीक है। जदों दो धुनियां इकट्ठियां ने उन्होंने अपन एक पार्टिकुलर नाम देना है, ठीक है। जो दो इकट्ठियां ने इन्होंने अपन दूरे स्वर का नाम देता, इन्होंने अपन दूरे स्वर का नाम देता। दो स्वरां का वो संयोग जो एक उचारखंड के केंद्र बिंदु वजों विचरदा होवे उसनूं दूरा स्वर कहा जाता है। ਉਹੀ ਗੱਲ है, दो स्वर ਧੁਨੀਆਂ इकट्ठियां आ गई तो उन्होंने अपन दूरे का नाम देता। जो दो तो ਵੱਧ आ गई उन्होंने अपन की कहता सिंपल स्वर संयोग कहता। मतलब कि दो तक तो अपन गिनती कर ली, दो वाले ने दूरा कहता, ਤਿੰਨ ਵਾਲੇ ਨੂੰ ਆਪਾਂ ਨੇ ਕੁਛ ਨਹੀਂ ਕਿਹਾ, ਡਾਇਰੈਕਟ ਆਪਾਂ ਨੇ ਸਵਰ ਸੰਯੋਗ ਕਹਿਤਾ, ਠੀਕ ਹੈ। ਦੋ ਜਾਂ ਉਸ ਤੋਂ ਵੱਧ ਵਾਲੇ ਨੂੰ, ਠੀਕ ਹੈ। ਪੰਜਾਬੀ ਵਿੱਚ ਸਿਰਫ ਤਿੰਨ ਦੂਰੇ ਸਵਰ ਹਨ, ਇਹਨਾਂ ਦੀ ਬਣਤਰ ਲਘੂ ਦੀਰਘ ਸਵਰ ਤਰਤੀਬ ਦੀ ਹੈ, ਠੀਕ ਹੈ। ਤਾਂ ਇਹ ਤਿੰਨ ਨੇ ਦੂਰੇ ਸਵਰ, ਕਿਹੜੇ ਨੇ? ਤਿੰਨ ਨੇ। ਜਿਵੇਂ ਇੱਥੇ ਦੇਖੋ ਗਈ ਸ਼ਬਦ ਹੈ, ਮੈਂ ਤੁਹਾਨੂੰ ਇੱਕ ਗਈ, ਗਏ, ਗਊ, ਇੱਥੇ ਗਊ ਆਉਣਾ ਸੀ, ਠੀਕ ਹੈ। ਤਾਂ ਹੁਣ ਇੱਥੇ ਸਮਝਣ ਵਾਲੀ ਗੱਲ ਕੀ ਹੈ? ਸਮਝਣ ਵਾਲੀ ਗੱਲ ਇਹ ਹੈ, ਦੇਖੋ ਇੱਥੇ ਗਈ, ਗ ਈ, ਗਈ ਸ਼ਬਦ ਨੂੰ ਖੋਲ ਕੇ ਲਿਖੋ, ਕਿਉਂਕਿ ਗੱਗਾ ਕੀ ਹੈ? ਮੁਕਤਾ ਹੈ ਨਾ, ਇਹਦੇ ਨਾਲ ਮੁਕਤੇ ਨੂੰ ਸ਼ੋਅ ਕਰ ਲਿਆ ਆਪਾਂ ਨੇ। ਗੱਗਾ ਕੁਛ ਤਾਂ ਗੱਗੇ ਦੀ ਵੈਲਿਊ ਨਹੀਂ ਨਾ, ਮੁਕਤਾ ਤਾਂ ਹੈਗੀ ਆ, ਉਹ ਮੁਕਤਾ ਵੀ ਤਾਂ ਸਵਰ ਧੁਨੀ ਹੈ, ਆਪਾਂ ਪਿੱਛੇ ਸਮਝ ਗਏ ਆ, ਮੁਕਤਾ ਵੀ ਤਾਂ ਸਵਰ ਧੁਨੀ ਹੈ ਨਾ। ਗਈ, 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 ਠੀਕ ਹੈ। ਤਾਂ ਇਸ ਤਰੀਕੇ ਨਾਲ ਅ ਤੇ ਈ ਇਹ ਕੀ ਨੇ? ਦੋ ਸਵਰ ਧੁਨੀਆਂ ਨੇ, ਪਿੱਛੇ ਸਮਝ ਕੇ ਆਏ ਆ ਨਾ। ਅ ਤੇ ਈ ਸਵਰ ਧੁਨੀਆਂ ਨੇ, ਤਾਂ ਇੱਥੇ ਸਵਰ ਧੁਨੀਆਂ ਇਕੱਠੀਆਂ ਆ ਗਈਆਂ, ਸਵਰ ਦੂਰੇ ਆ ਗਏ, ਤਾਂ ਇਸ ਕਰਕੇ ਇਹਨੂੰ ਦੂਰੇ ਸਵਰ ਦਾ ਨਾਮ ਦੇ ਦਿੱਤਾ। ਇਹ ਫੁਟਕਲ ਕਿਸਮਾਂ ਦੱਸ ਰਹੇ, ਮੈਂ ਤੁਹਾਨੂੰ ਐਡਵਾਂਸ ਦੇ ਵਿੱਚ ਜਾ ਕੇ ਦੱਸ ਰਿਹਾ ਚੀਜ਼ਾਂ ਨੂੰ, ਠੀਕ ਹੈ। ਇਸੇ ਤਰ੍ਹਾਂ ਗਏ ਸ਼ਬਦ ਹੈ, ਇਹਦੇ 'ਚ ਗ ਏ ਗਏ, ਇਹ ਦੋ ਸਵਰ ਇਕੱਠੇ ਆ ਗਏ, ਦੂਰੇ ਆ ਗਏ, ਤਾਂ ਇਹਨੂੰ ਆਪਾਂ ਨੇ ਦੂਰੇ ਸਵਰ ਦਾ ਨਾਮ ਦੇ ਦਿੱਤਾ। ਇਸੇ ਤਰ੍ਹਾਂ ਇੱਥੇ ਇੱਕ ਗੱਲ ਹੋਰ ਦੇਖੋ, ਇਹ ਕੀ ਹੈ? ਲਘੂ ਹੈ, ਇਹ ਦੀਰਘ ਹੈ। ਲਘੂ ਤੇ ਦੀਰਘ ਦਾ ਕੰਬੀਨੇਸ਼ਨ ਬਣ ਰਿਹਾ ਜਾਂ ਨਹੀਂ? ਲਘੂ ਦੀਰਘ, ਠੀਕ ਹੈ। ਤਾਂ ਹੀ ਦੂਰੇ ਸਵਰਾਂ ਦੀ ਜਿਹੜੀ ਬਣਤਰ ਹੈ ਉਹ ਆਪਾਂ ਕਿੱਦਾਂ ਨਹੀਂ ਕਹਾਂਗੇ? ਲਘੂ ਦੀਰਘ ਵਾਲੀ ਕਹਾਂਗੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਧਿਆਨ ਵਿੱਚ ਰੱਖਣਾ। ਇਸੇ ਤਰ੍ਹਾਂ ਗਊ ਦੇ ਵਿੱਚ ਹੈ ਅ ਤੇ ਊ, ਠੀਕ ਹੈ, ਗਊ ਦੇ ਵਿੱਚ ਹੈ। ਤੇ ਇਸ ਤਰੀਕੇ ਨਾਲ ਆਪਾਂ ਨੇ ਇਹ ਦੂਰੇ ਸਵਰ ਤੇ ਸਵਰ ਸੰਯੋਗ ਨੂੰ ਵੀ ਸਮਝ ਲਿਆ ਹੈਗਾ। ਇਹ ਵੀ ਸਵਰ ਸੰਯੋਗ ਹੀ ਹੈ, ਇਹਦੇ 'ਚ ਦੋ ਸਵਰਾਂ ਦਾ ਸੰਯੋਗ ਹੈ ਤਾਂ ਇਹਨੂੰ ਦੂਰੇ ਦਾ ਨਾਮ ਦੇਤਾ, ਦੋ ਤੋਂ ਵੱਧ ਦਾ ਹੋਵੇ ਤਾਂ ਇਹਨੂੰ ਆਪਾਂ ਸਿੰਪਲ ਸਵਰ ਸੰਯੋਗ ਹੀ ਕਹਿ ਕੇ ਛੱਡ ਦਾਂਗੇ। ਹੁਣ ਸਵਰ ਧੁਨੀਆਂ ਦੀ ਗਿਣਤੀ ਕਰਨੀ ਸਿਖਾਉਣੀ ਹੈ ਮੈਂ ਤੁਹਾਨੂੰ ਅੱਜ, ਠੀਕ ਹੈ। ਸਵਰ ਧੁਨੀਆਂ ਦੀ ਗਿਣਤੀ ਕਰਨੀ ਸਿੱਖੋ। ਕਿਵੇਂ ਸਿੱਖਣੀ ਹੈ? ਦੇਖੋ ਗੱਲ ਸੁਣੋ, ਆਪਾਂ ਸਿੰਪਲ ਗੱਲ ਕਰਦੇ ਹਾਂ। ਸਵਰ ਧੁਨੀਆਂ 10 ਨੇ, ਸਵਰ ਧੁਨੀਆਂ 10 ਨੇ। ਸਵਰ ਧੁਨੀਆਂ 10 ਦੇ ਵਿੱਚ ਕਿਹੜੀਆਂ ਕਿਹੜੀਆਂ ਨੇ? ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਠੀਕ ਹੈ, ਹੋੜਾ ਅਤੇ ਘਨੌੜਾ। ਕਿੰਨੀਆਂ ਨੇ? 10 ਨੇ। ਹੁਣ ਇਹ ਜਿਹੜੀਆਂ 10 ਨੇ ਇਹ ਲੁਕੀਆਂ ਹੋਈਆਂ ਨੇ ਸ਼ਬਦਾਂ ਦੇ ਵਿੱਚ, ਉਹ ਲੁਕੀਆਂ ਹੋਈਆਂ ਨੂੰ ਬਾਹਰ ਕੱਢ ਕੇ ਲੈ ਕੇ ਆਉਣੇ। ਜਿਵੇਂ ਇੱਥੇ ਦੇਖੋ ਪਹਿਲਾ ਸ਼ਬਦ ਹੈ ਸਾਡੀ, ਸਾਡੀ। ਸਵਰ ਧੁਨੀ ਨੂੰ ਪਕੜਨ ਦੀ ਕੋਸ਼ਿਸ਼ ਕਰੋ, ਸਾ ਡੀ, ਸਾ ਮਤਲਬ ਕਿ ਆ ਧੁਨੀ, ਇੱਥੇ ਕਿਹੜੀ ਸਵਰ ਧੁਨੀ ਲੁਕੀ ਹੋਈ ਹੈ? ਆ। ਦੇਖੋ ਇਹਨੂੰ ਮੈਂ ਅਲੱਗ ਕਲਰ ਦੇ ਵਿੱਚ ਹਾਈਲਾਈਟ ਕਰਦਾ, ਫਿਰ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਸਮਝੋਗੇ। ਇੱਥੇ ਸਾ, ਸਾ ਸ ਵਿਅੰਜਨ ਧੁਨੀ ਹੈ, ਉਹਦੇ ਨਾਲ ਆ ਸਵਰ ਧੁਨੀ ਆ ਰਹੀ ਹੈ। ਸਾ ਇੱਕ ਧੁਨੀ ਆ ਰਹੀ ਹੈ, ਡੀ, ਡੀ, ਈ, ਦੇਖ ਡੀ, ਈ, ਸਮਝ ਰਹੇ ਹੋ? ਮਤਲਬ ਕਿ ਆ ਤੇ ਈ ਦੋ ਸਵਰ ਧੁਨੀਆਂ ਇਹਦੇ 'ਚ ਲੁਕੀਆਂ ਹੋਈਆਂ ਨੇ, ਉਹ ਲੁਕੀਆਂ ਹੋਈਆਂ ਨੂੰ ਗਿਣਨਾ ਆਪਾਂ ਨੇ। ਤਾਂ ਇਹਦੇ 'ਚ ਕਿੰਨੀਆਂ ਹੋ ਗਈਆਂ? 2 ਸਵਰ ਧੁਨੀਆਂ ਕਿੰਨੀਆਂ ਹੋ ਗਈਆਂ ਇਹਦੇ 'ਚ? 2। ਹੁਣ ਅਗਲੇ 'ਚ ਦੇਖੋ, ਤੂੰ ਮਤਲਬ ਕਿ ਊ, ਹਾ, ਹਾ ਮਤਲਬ ਇਹ ਆ, ਠੀਕ ਹੈ, ਡੀ ਮਤਲਬ ਇਹ, ਤਾਂ ਇਹਦੇ 'ਚ 3 ਨੇ। ਇਹਦੇ 'ਚ ਕਿੰਨੀਆਂ ਨੇ? 3 ਨੇ। ਤਾਂ ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਹੁਣ ਦੁਬਾਰਾ ਐਕਸਪਲੇਨ ਕਰਦਾ। ਇਸ ਤਰੀਕੇ ਨਾਲ ਆਪਾਂ ਨੇ ਇਹ ਸਵਰ ਧੁਨੀਆਂ ਗਿਣਨੀਆਂ ਜਿਹੜੀਆਂ ਉਹ ਸਿੱਖਣੀਆਂ ਨੇ, ਠੀਕ ਹੈ। ਹੁਣ ਇਹਦੇ 'ਚ ਦੇਖੋ, ਜੇ ਮੈਂ ਇਹਨੂੰ ਤੋੜ ਕੇ ਲਿਖਣ ਦੀ ਕੋਸ਼ਿਸ਼ ਕਰਦਾ, ਇਹ ਇੱਦਾਂ ਹੈ ਨਾ, ਤ, ਊ, ਹ, ਆ, ਡ, ਈ। ਤੁਸੀਂ ਕਹਿ ਦੋਗੇ ਇਹ ਕੀ ਕਰਤਾ? ਮੈਂ ਕਹਿੰਦਾ ਇਹ ਸ਼ਬਦ ਬਣਿਆ ਹੀ ਇੱਦਾਂ ਹੈ, ਤੂੰ, ਹਾ, ਡੀ, ਤੁਹਾਡੀ, 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 ਉੱਥੇ ਤੋਂ ਬਣੇ ਇਹ। ਤਾਂ ਇਸ ਤਰੀਕੇ ਨਾਲ ਇਹ ਦੇਖੋ, ਤ ਨੂੰ ਔਂਕੜ ਲੱਗਿਆ ਸੀ ਨਾ, ਔਂਕੜ ਦੇ ਲਈ ਇਹ, ਕੰਨਾ ਲੱਗਿਆ ਸੀ ਕੰਨੇ ਦੇ ਲਈ ਇਹ, ਬਿਹਾਰੀ ਲੱਗੀ ਸੀ ਇਹਦੇ ਲਈ ਇਹ। ਤਾਂ ਸਵਰ ਧੁਨੀਆਂ ਕਿੰਨੀਆਂ ਨੇ ਇਹਦੇ ਵਿੱਚ? 3 ਨੇ, ਠੀਕ ਹੈ। 3 ਸਵਰ ਧੁਨੀਆਂ ਇਹਦੇ ਵਿੱਚ ਵਰਤੀਆਂ ਗਈਆਂ ਨੇ। ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਓ,
ठीक है। तो स्वर धुनियां की गिनती इस तरह करते हैं आप। इस तो बाद गल आती है, देखो गल सुनो, लगा मात्रावां ही ने ये, ठीक है, लगा मात्रावां ने ये, लगा मात्रावां आप समझते हो ना 10 नहीं, तो स्वर 10 धुनियां उही ने, ठीक है। हुण इहदे च लगा देखो, लगा देखनियां ने कल्लियां, लगा खर नहीं देखने, लगा देखनियां ने, ठीक है। मुक्ता कन्ना सिहारी बिहारी औंकड़ त्रिंकड़ लांद लाहोड़ा घनोड़ा, 10 लगा देखनियां ने, लगा खर नहीं देखने, लगा खरां दे विच धोखा खाओगे, अगे मैं भी दसांगा। हुण खेडना है, एक तो ये ए धुनी है, देखो एक तो ये ला है, एक डड्डे कुछ भी नहीं लग्या होया, इहदा मतलब मुक्ता तो हैगी है, नाणे नूं कन्ना लग्या होया, इहदा मतलब आ तो हैगी है। 1 2 3 इहदे च कितनियां स्वर धुनियां ने? 3। ए अ खेडना, खेडना, ठीक है। कल्ले कल्ले अखर नूं पकड़िया करो। मैं तुहानूं एक गल दसी हुई है कि किसी भी अखर नूं 2 लगां तां लगदियां ही नहीं, किसी भी अखर नूं 1 लगां लगदी है, जिन्ने अखर ने उन्नियां स्वर धुनियां नहीं। सिंपल गल मुक्की। 3 अखरां दा शब्द है तो 3 स्वर धुनियां ने, ठीक है। हुण जिवें देखो इत्थे जवानी शब्द है, इत्थे ज नूं किहड़ी मात्रा लगी हुई है? मुक्ता तो लगी हुई है ना, कोई भी नहीं लगी, ना मतलब मुक्ता तो लगे, मुक्ता की जिहदा कोई चिन्ह ना होवे। ज वा इनू कन्ना लग्या होया, इनू विहारी लगी हुई है जवानी दे विच, ठीक है। हुण देखो ज नूं मात्रा किहड़ी लगी है? मुक्ता। बा नूं मात्रा किहड़ी लगी है? आ। नी नूं मात्रा किहड़ी लगी है? ई। ਇਹ स्वर ਧੁਨੀਆਂ ने, ठीक है। स्वर ਧੁਨੀਆਂ ਕਿੰਨੀਆਂ ਨੇ जवानी शब्द ਦੇ ਵਿੱਚ? 3 ਨੇ। ਇਸੇ ਤਰ੍ਹਾਂ ਮਾਂ शब्द ਦੇ ਵਿੱਚ ਕੀ ਹੈ? ਮੰਮੇ ਨੂੰ ਕੰਨਾ ਲੱਗਿਆ ਹੋਇਆ ਹੈ, ਕੰਨਾ मतलब आ ਧੁਨੀ ਵਰਤੀ ਗਈ ਹੈ, ਇੱਥੇ ਕੀ ਵਰਤੀ ਗਈ ਹੈ? आ ਧੁਨੀ। ਦੇਖੋ ਇੱਥੇ ਮਾਂ ਸ਼ਬਦ ਹੈ, ਮਾਂ, ਇੱਥੇ ਮੰਮੇ ਨੂੰ ਮਾਤਰਾ ਕਿਹੜੀ ਲੱਗੀ ਹੈ? ਕੰਨਾ, ਆ, ਇੱਥੇ ਆ ਧੁਨੀ ਵਰਤੀ ਗਈ ਹੈ। ਹੁਣ ਇੱਥੇ ਬਿੰਦੀ ਨੂੰ ਨਾ ਭੁੱਲ ਜਿਓ, ਬਿੰਦੀ ਕੀ ਹੈ? ਲਗਾਖਰ ਹੈ, ਲਗਾਖਰ ਨਹੀਂ ਗਿਣਨਾ, ਲਗਾਂ ਗਿਣਨੀਆਂ ਨੇ, ठीक है। लगा ने ਜਿਹੜੀਆਂ ਉਹ ਹੀ मैं ਤੁਹਾਨੂੰ ਵਾਰ-ਵਾਰ ਦੱਸ ਰਹੀਆਂ, ਲਗਾ ਮਾਤਰਾਵਾਂ ਸੀ ਜਿਹੜੀਆਂ ਉਹ 10 ਲਗਾ ਮਾਤਰਾਵਾਂ ਹੀ 10 ਸਵਰ ਧੁਨੀਆਂ ਬਣਾਉਂਦੀਆਂ ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਮਾਂ ਸ਼ਬਦ ਦੇ ਵਿੱਚ 1 ਸਵਰ ਹੈ। ਇਸੇ ਤਰ੍ਹਾਂ ਸਿੰਘ ਸ਼ਬਦ ਹੈ, ਸਿੰਘ, ਇੱਥੇ ਸੱਸੇ ਨੂੰ 1 ਮਾਤਰਾ ਹੀ ਤਾਂ ਲੱਗੀ ਹੈ ਨਾ। ਹੁਣ ਇੱਥੇ ਇਦਾਂ, ਹੁਣ ਦੇਖੋ ਸੱਸੇ ਨੂੰ ਸਿਹਾਰੀ ਲੱਗੀ ਹੈ, 1 ਮਾਤਰਾ ਹੈ ਇਹ, ਟਿੱਪੀ ਤਾਂ ਗਿਣਨੀ ਹੀ ਨਹੀਂ, ਟਿੱਪੀ ਤਾਂ ਲਗਾਖਰ ਹੈ, ਠੀਕ ਹੈ। ਤੇ ਇਸ ਤੋਂ ਬਾਅਦ ਗੱਲ ਆ ਗਈ ਕ, ਇੱਥੇ ਮੁਕਤਾ ਹੈ, ਇੱਥੇ ਕਿਹੜੀ ਮਾਤਰਾ ਹੈ? ਜਦੋਂ ਕੋਈ ਵੀ ਮਾਤਰਾ ਨਾ ਲੱਗੀ ਹੋਵੇ ਇਹਦਾ ਮਤਲਬ ਉੱਥੇ ਮੁਕਤਾ ਦਾ ਗਿਣਨਾ ਹੀ ਹੁੰਦਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਈ ਤੇ ਅ, ਠੀਕ ਹੈ। ਤਾਂ ਇਸ ਤਰੀਕੇ ਨਾਲ ਸਿੰਘ ਦੇ ਵਿੱਚ 2 ਸਵਰ ਧੁਨੀਆਂ ਛੁਪੀਆਂ ਹੋਈਆਂ ਨੇ। ਤਾਂ ਇਸ ਤਰੀਕੇ ਨਾਲ ਦੋਸਤੋ ਇਹ ਸਵਰ ਧੁਨੀਆਂ ਜੋ ਛੁਪ ਜਾਂਦੀਆਂ ਨੇ, ਇਹਨਾਂ ਨੂੰ ਵੀ ਆਪਾਂ ਨੇ ਬਾਹਰ ਕੱਢਣਾ ਸਿੱਖ ਲਿਆ। ਤਾਂ ਇਸ ਤਰੀਕੇ ਨਾਲ ਸਵਰ ਧੁਨੀਆਂ ਨੂੰ ਆਪਾਂ ਕਾਫੀ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੇ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਨੂੰ ਘੈਂਟ ਤਰੀਕੇ ਨਾਲ ਐਕਸਪਲੇਨ ਕਰ ਲੈਣਾ ਹੈ। ਥੈਂਕ ਯੂ ਸੋ ਮੱਚ।